हाँ जी, सत श्री अकाल जी। सत श्री अकाल। की नाम जी ਤੁਹਾਡਾ? ਬਲਦੇਵ ਸਿੰਘ ਜੀ। ਹਾਂਜੀ ਬਲਦੇਵ ਸਿੰਘ ਜੀ, ਇਹ ਦੱਸੋ ਵੀ ਜਦੋਂ 1947 ਦੇ ਵਿੱਚ ਹੱਲੇ ਹੋਏ ਤਾਂ ਤੁਹਾਡੀ ਉਮਰ ਉਸ ਵੇਲੇ ਕਿੰਨੀ ਕੁ ਸੀ? ਮੈਂ 13-14 ਸਾਲ ਦਾ ਸੀ ਉਸ ਵੇਲੇ। ਅੱਛਾ, ਹਾਂਜੀ। ਤੇ ਕਿਹੜਾ ਪਿੰਡ ਸੀ ਆਪਣਾ ਉੱਧਰ? 297 ਜ਼ਿਲ੍ਹਾ 297 ਚੱਕ। ਜ਼ਿਲ੍ਹਾ ਦੈਲਪੁਰ, ਹਾਂਜੀ। ਟੋਬਾ ਟੇਕ ਸਿੰਘ ਤਹਿਸੀਲ। ਅੱਛਾ, ਤੇ ਤੁਹਾਨੂੰ ਪਤਾ ਕਿੱਦਾਂ ਲੱਗਾ ਕਿ ਅਸੀਂ ਛੱਡ ਕੇ ਜਾਣਾ ਇੱਧਰ? ਉਹ ਤਾਂ ਲੱਗਾ ਹੀ ਨਹੀਂ ਜੀ ਕਿਸੇ ਨੂੰ। ਅੱਛਾ ਬਜ਼ੁਰਗ ਸਾਡੇ ਦਾ ਉਸ ਜਵਾਰ ਬੀਜੇ ਗਏ ਸੀ। ਅੱਛਾ। ਸਾਡੇ ਜੋ ਬਾਬਾ ਹਾਂ ਹਾਂ। ਜਵਾਰ ਬੀਜੇ ਗਏ, ਉਹਨੂੰ ਕੋਈ ਦੂਏ ਪਿੰਡ ਵਾਲੇ ਸਾਡੇ ਪਿੰਡ ਆ ਗਏ। ਅੱਛਾ। 98 ਆਏ ਨਾ, ਹਾਂ ਹਾਂ। ਸਾਡੇ ਪਿੰਡ ਆ ਗਏ। ਅੱਛਾ। ਜਦੋਂ ਉਹ ਆਏ ਤਾਂ ਅਸੀਂ ਜਾ ਕੇ ਦੱਸਿਆ ਹਾਂ ਹਾਂ। ਕਿ ਗੱਡਾ ਗੁੱਡਾ ਲੈ ਕੇ ਲੋਕੀ ਗੱਡਿਆਂ ਦੇ ਆ ਗਏ ਤੁਸੀਂ। ਫਿਰ ਉੱਥੋਂ ਆਏ, ਆ ਕੇ ਫਿਰ ਗੱਡਾ ਗੁੱਡਾ ਜੋ ਫੜਿਆ ਉੱਥੇ ਸਵਾਰ ਕੀ ਅੱਛਾ। ਆਟਾ ਉਟਾ ਰੱਖ ਲਿਆ ਜਾਂ ਤੂੰ ਦਾਣੇ ਦੂਣੇ, ਬਾਕੀ ਘਰ ਭਰੇ ਉੱਦਾਂ ਹੀ ਛੱਡ ਕੇ। ਅੱਛਾ, ਕਿੰਨਾ ਕੁ ਸਮਾਨ ਰੱਖਿਆ ਗੱਡਿਆਂ ਦੇ ਫਿਰ ਵੀ? ਕਿੰਨਾ ਕੁ ਗੱਡਿਆਂ 'ਚ ਤੁਸੀਂ ਦੇਖੇ ਹੁਣ ਗੱਡੇ ਅੱਜ ਕੱਲ੍ਹ? ਹਾਂਜੀ ਹਾਂਜੀ। ਅੱਜ ਕੱਲ੍ਹ ਗੱਡੇ ਜਿਹੜੇ ਆ ਅੱਛਾ। ਉਦੋਂ ਗੱਡੇ ਜਰਾ ਜ਼ਿਆਦਾ ਤਗੜੇ ਹੁੰਦੇ, ਪਰ ਉੱਥੇ ਫਿਰ ਸਮਾਨ ਰੱਖਣਾ, ਨਿਆਣੇ ਨਿਉਣੇ ਵੀ ਬਿਠਾਲਣੇ ਸਭ ਕੁਛ। ਕਿੰਨੇ ਕੁ ਮੈਂਬਰ ਸੀ ਘਰ ਦੇ ਤੁਸੀਂ ਉਸ ਵੇਲੇ? ਅਸੀਂ ਉਦੋਂ ਮੈਂਬਰ ਸੀ 8-9 ਮੈਂਬਰ ਅਸੀਂ ਸੀ, ਤੇ ਚਾਚੇ ਹੁਣੀ ਦੋ ਚਾਚੇ ਸੀ, ਇੱਕ ਸਾਡਾ ਬਾਬਾ ਤੇ ਦਾਦੀ ਸੀ। ਅੱਛਾ। ਤਕਰੀਬਨ 15 ਮੈਂਬਰ ਸੀਗੇ ਇਹਨਾਂ ਘਰ। ਤੇ ਪਿੰਡ ਦੇ ਵਿੱਚ ਕਿੰਨੇ ਕੁ ਆਪਣੇ ਸਿੱਖ ਸੀਗੇ? ਸਿੱਖ ਤਕਰੀਬਨ ਸਾਰਾ ਪਿੰਡ ਸਿੱਖਾਂ ਦਾ ਹੀ ਸੀ। ਅੱਛਾ, ਮੁਸਲਮਾਨ ਹੈ ਨਹੀਂ ਸੀ ਪਿੰਡ 'ਚ? ਸਾਡੇ ਪਿੰਡ 'ਚ ਘਰ ਭਰਾਈਆਂ ਦਾ ਸੀ, ਉਹ ਕੀ ਉਦੋਂ ਕਹਿੰਦੇ ਹੁੰਦੇ ਆ ਮਰਾਸੀ, ਅੱਛਾ। ਤੇ ਘਰ ਮਰਾਸੀਆਂ ਦਾ ਸੀ। ਉਹ ਮੁਸਲਮਾਨਾਂ ਦਾ ਸੀ? ਉਹ ਮੁਸਲਮਾਨ ਕੋਈ ਯਾਦ ਆ ਉਹਨਾਂ ਦਾ ਜਾਂ ਨਾਮ? ਲੋਹਾਰ ਸੀ। ਹਾਂਜੀ। ਲੋਹਾਰ ਦਾ ਨਾਂ ਯਾਦ ਹੈ ਸਾਨੂੰ। ਕੀ ਨਾਂ ਸੀ ਇਹਦਾ? ਉਹਦਾ ਨਾਂ ਹੁੰਦਾ ਸੀ ਅੱਲਾ ਦਿੱਤਾ। ਅੱਲਾ ਦਿੱਤਾ। ਹਾਂਜੀ। ਅੱਛਾ, ਤੁਸੀਂ ਕੰਮ ਕੁਮ ਕਰਾਉਂਦੇ ਹੁੰਦੇ ਸੀ? ਉਹ ਤਾਂ ਹਾਂਜੀ ਲੋਹਾਰਾ ਕੰਮ ਖਰਾਸ ਸੀ ਉਹਨਾਂ ਦਾ। ਅੱਛਾ। ਹਾਂਜੀ। ਤੇ ਸਕੂਲੇ ਪੜ੍ਹਨ ਲੱਗੇ ਸੀ ਤੁਸੀਂ ਉੱਥੇ? ਸਕੂਲ ਸਾਡੇ ਪਿੰਡ 'ਚ ਨਹੀਂ ਸੀ। ਅੱਛਾ, ਕਿੱਥੇ ਪੜ੍ਹਨ ਜਾਂਦੇ ਸੀ? ਅਸੀਂ ਜਾਂ ਤਾਂ ਮੁਸਲਮਾਨ ਦਾ ਪਿੰਡ 96 ਹਾਂ ਹਾਂ। ਤੇ ਜਾਂ ਫਿਰ 94 ਪਿੰਡ ਸੀ ਅੱਛਾ ਸਾਡੇ ਲਾਗੇ। ਅੱਛਾ 94 ਜਾਂਦੇ ਨੇ, ਥੋੜਾ ਜਿਹਾ 94 ਹੋ ਗਿਆ, ਫਿਰ ਹਟ ਗਏ ਸੀ ਪੜ੍ਹਨ ਤੋਂ ਸਭ ਤੋਂ। ਅੱਛਾ। ਕੋਈ ਨਾਂ ਦੀ ਯਾਦ ਹੈ ਜਿਹੜੇ ਨਾਲ ਤੁਹਾਡੇ ਪੜ੍ਹਦੇ ਸੀ ਸਕੂਲ 'ਚ, ਕੋਈ ਮੁਸਲਮਾਨ ਮੁੰਡੇ ਉੱਧਰਲੇ, ਜਾਂ ਕੋਈ ਮਾਸਟਰ ਜਿਹੜਾ? ਮਾਸਟਰ ਚੰਬੋਆਲ ਦਾ ਹੁੰਦਾ ਸੀ ਉੱਥੇ ਸਾਡੇ 94 'ਚ। ਅੱਛਾ। ਇਸ ਚੰਬੋਆਲ ਦਾ ਨਾ, ਅੱਛਾ ਉੱਥੇ ਹੁੰਦਾ ਸੀ। ਠੀਕ ਹੈ। ਤੇ ਤੁਸੀਂ ਕਿੰਨੇ ਕੁ ਵਜੇ ਆਪਣਾ ਪਿੰਡ ਛੱਡਿਆ ਤੁਸੀਂ ਫਿਰ? ਅਸੀਂ ਛੱਡਿਆ ਜੀ ਪਿੰਡ ਸੂਰਜ ਮਿਟਦੇ। ਸੂਰਜ ਮਿਟਦੇ। ਦੂਏ ਪਿੰਡ ਵਾਲੇ ਆ ਗਏ, ਹਾਂ ਹਾਂ। ਸਾਡਾ ਪਿੰਡ ਫਿਰ ਬਸ ਤਿਆਰ ਹੋਇਆ। ਹੁੰਦਿਆਂ ਹੁੰਦਿਆਂ ਫਿਰ ਮੁੜ ਕੇ ਬਾਹਰ ਜਿਹੜਾ ਪਿੰਡ ਦੇ ਨਾਲ ਹੀ ਮੁਰੱਬਾ ਹੁੰਦਾ ਸੀ ਸਾਡਾ, ਅੱਛਾ। ਉਧਰ ਨੂੰ ਨਿਕਲੇ ਹਾਂ ਹਾਂ। ਤਾਂ ਮੈਂ ਉਧਰ ਉੱਦਾਂ ਹੀ ਗਿਆ, ਅੱਛਾ। ਕੋਈ ਤਿਆਰੀ ਕਰਕੇ ਮੈਂ ਉੱਤੇ ਨਿਕਲ ਗਿਆ। ਹਾਂ ਹਾਂ। ਉਹਦੇ ਗਿਆ ਤਾਂ ਉਧਰ ਮੈਨੂੰ ਸਾਡੇ ਇੱਕ ਉਹ ਰੁੜਕੀ ਆ ਉਧਰ ਬਲਾਚੌਰ ਤੇ ਲੱਗੇ, ਹਾਂਜੀ। ਉੱਥੇ ਬੈਠੀ ਉਹ ਅੱਛਾ। ਉਹ ਬੁੜੀ ਟੱਕਰੀ ਉਹਦੀ, ਉਹ ਕਹਿੰਦੀ ਮੈਨੂੰ ਕਾਕਾ ਵੀ ਉਹਦਾ ਮੁੰਡਾ ਬਿਮਾਰ ਸੀ, ਮੇਰਾ ਹਾਣੀ ਤਕਰੀਬਨ ਸੀਗਾ, ਅੱਛਾ। ਤੇ ਵੀ ਇਹਦਾ ਪੁੱਤ ਕਿੱਦਾਂ ਹੋਊਗਾ। ਮੈਂ ਕਿਹਾ ਤਾਈ ਫਿਕਰ ਨਾ ਕਰ, ਜੇ ਮੈਂ ਜਾਊਂਗਾ ਤੇ ਇਹ ਵੀ ਜਾਊਗਾ। ਅੱਛਾ। ਹਾਂ। ਹਾਂ ਹਾਂ। ਉਹ ਕਹਿਣ ਲੱਗੀ ਫਿਰ ਪੁੱਤ ਹੁਣ ਕਿੱਦਾਂ ਉੱਪਰਨਾ 94 ਅਸੀਂ। ਸਾਡਾ ਦਰਸ਼ਨ ਸੁਸ਼ਾ ਤੁਸੀਂ ਦੇਖਿਆ ਹੁਣ, ਆ ਜਿਹੜਾ ਇੱਧਰ ਹੁੰਦਾ ਹਾਂਜੀ। ਗੁਰਦਿਆਲ ਹੁਣ ਦਾ ਬਾਪ, ਅੱਛਾ। ਇਹਦਾ ਬਾਪ ਜਿਹੜਾ ਸੀ ਨਾ, ਉਹ ਘੋੜੀ 'ਤੇ ਸੀ ਅੱਛਾ। ਆਉਂਦਾ, ਘੋੜੀ 'ਚ ਆਉਂਦਾ। ਉਹਨੇ ਆਵਾਜ਼ ਮਾਰੀ, ਮੈਂ ਕਿਹਾ ਬਾਬਾ ਘੋੜੀ ਖੜੀ ਜਰਾ ਕਰੀ। ਕਹਿੰਦਾ ਕੀ ਗੱਲ ਹੈ? ਮੈਂ ਕਿਹਾ ਗੱਲ ਕੀ ਗੱਲ, ਮੈਂ ਬਗੀਚਾ ਤਾਰੀ ਦਾ ਮੁੰਡਾ ਬਿਮਾਰ, ਅੱਛਾ। ਉਹਦੇ ਗੰਭੀਰਿਆ ਮੋਢੇ 'ਤੇ, ਉਦੋਂ ਤੁਰ ਕੇ ਨਹੀਂ ਜਾ ਹੁੰਦਾ, ਉਹਦੀ ਚਿੰਤੀ ਲਈ ਆਉਂਦੀ ਆ, ਤਾਂ ਤੁਸੀਂ ਜਰਾ ਖੜੇ ਹੋਏ, ਮੈਂ ਤੁਹਾਡੇ ਨਾਲ ਬਿਠਾ ਦਿਆਂ ਉੱਥੇ ਚੰਡਾ ਜਾ। ਅੱਛਾ। ਇਕੱਲਾ ਪੁੱਤ, ਉਹ ਵੀ ਇਕੱਲਾ ਪੁੱਤ ਸੀ, ਠੀਕ ਹੈ। ਤੇ ਦਰਸ਼ਨ ਸਾਹਿਬ ਇਕੱਲਾ ਸੀ, ਅੱਛਾ। ਸੱਚੇ ਦਾ ਪੂਰ ਸੀ। ਫਿਰ ਘਰਾਂ ਦੇ ਬੂਹੇ ਬਾਹੇ ਪਸ਼ੂ ਉਹ ਡੰਗਰ? ਛੱਡ ਕੇ ਸਭ ਪਸ਼ੂ ਤਾਂ ਲੈਣ ਦੇ ਕੁਛ ਚੀਜ਼ ਸਾਡੇ ਜਿੰਨੀ ਕੁ ਹਿੰਮਤ ਸੀ, ਅੱਛਾ। ਕਿਸੇ ਜੇ ਹਿੰਮਤ ਸੀ ਉਹਨੇ ਲੈ, ਤੇ ਸਾਡੇ ਚਾਚਾ ਸ਼ਿਵ ਹੁੰਦਾ ਸੀ ਕਿ ਦੇਖਿਆ ਹੁਣ ਤੂੰ, ਹਾਂਜੀ ਹਾਂਜੀ। ਜਿਹਦਾ ਹੱਥ ਵੱਢ ਹੋ ਗਿਆ, ਹਾਂਜੀ ਹਾਂਜੀ। ਹੁਣ ਹੱਕ ਮੱਝਾਂ ਲਿਆਂਦੀਆਂ। ਅੱਛਾ। ਤਾਂ ਮੈਂ ਤਾਂ ਬਾਅਦ ਦੇ ਵਿੱਚ ਫਿਰ ਮੇਰੇ ਕੋਲ ਬੱਕਰੀਆਂ ਨਹੀਂ 5-4 ਉੱਥੇ। ਅੱਛਾ। ਮੈਂ ਫਿਰ ਸਾਰਾ ਪਿੰਡ ਨਿਕਲ ਗਿਆ, ਸਾਰੇ ਲੋਕ ਜਿਹੜਾ ਨਿਕਲ ਗਏ, ਉਹ ਬਗੀਚੇ ਨੂੰ ਮੈਂ ਬਿਠਾ ਦਿੱਤਾ ਬੁੜੇ ਦੇ ਮਗਰ। ਅੱਛਾ। ਮੈਂ ਫਿਰ ਪਿੱਛੇ ਨੂੰ ਮੁੜ ਗਿਆ ਘਰਾਂ ਨੂੰ। ਅੱਛਾ। ਘਰ ਗਿਆ ਤਾਂ ਘਰੋਂ ਜਾ ਕੇ ਫਿਰ ਮੈਂ ਨਾ ਆਪਣੀਆਂ ਬੱਕਰੀਆਂ ਖੋਲ੍ਹੀਆਂ, ਹੋਰ ਜਿਹੜੇ ਕਿਸੇ ਹੋਰ ਵਾਧੂ ਉੱਥੇ ਫਿਰਦੇ ਫੜੀ, ਉਹ ਵੀ ਹੱਕੀਆਂ ਨਾਲ। ਅੱਛਾ। ਬਾਕੀ ਪਿਆ ਚਰਨ ਤੇ ਘਰ ਛੱਡਣ ਲੱਗਿਆ ਦੁੱਖ ਤਾਂ ਬਹੁਤ ਮਹਿਸੂਸ ਹੋਇਆ ਹੋਣਾ? ਮਹਿਸੂਸ ਤਾਂ ਹੁੰਦਾ, ਪਰ ਕੀ ਕਹੋ, ਉਸੇ ਬੱਸ ਸੀ ਕਿ ਹਾਂ।
ਤੇ ਮੁੜ ਕੇ ਹੁਣ ਇਹ ਇਦਾਂ ਸੀ ਵੀ ਦਿਹਾੜੀ ਬੁੜਾ ਬਾਬਾ ਸਾਡਾ ਜੀ ਪਤਾ ਕੀ ਨੇ ਉਹ ਕਹਿੰਦਾ ਵੀ ਦਿਹਾੜੀ ਲੰਘਿਆ ਫਿਰ ਤੁਰ ਕੇ ਉੱਥੋਂ ਮੁੜ ਕੇ ਫੇਰ ਪਿੰਡੀ ਆ ਜਾਣਾ ਕਿੱਥੇ ਨੂੰ ਆ ਫਿਰ ਰਾਜ ਬਦਲਦੇ ਆਏ ਆ ਹੈਂ ਇਹ ਦੁਨੀਆ ਥੋੜ੍ਹਾ ਬਦਲਦੀ ਹੁੰਦੀ ਆ ਜਿਹੜੇ ਮੁਸਲਮਾਨਾਂ ਦਾ ਰਾਜ ਹੋਊ ਇੱਧਰ ਉਹ ਮਾਮਲਾ ਸਾਤੋਂ ਲੈਣਗੇ ਤੇ ਜਿਹੜਾ ਸਾਡਾ ਹਿੰਦੁਸਤਾਨ 'ਚ ਹਿੰਦੁਸਤਾਨ ਦੇ ਜਿਹੜੇ ਬੰਦੇ ਹੋਣਗੇ ਉਹ ਮੁਸਲਮਾਨਾਂ ਤੋਂ ਉੱਧਰ ਮਾਮਲਾ ਲੈਣਗੇ ਸਾਡੀ ਸਰਕਾਰ ਜਿਹੜੀ ਹੋਊਗੀ। ਅੱਛਾ ਫਿਰ ਤੁਸੀਂ ਜਦੋਂ ਘਰ ਤੋਂ ਵਾਪਸ ਮੁੜੇ ਜਦੋਂ ਆਪਣਾ ਸਮਾਨ ਲੈ ਕੇ ਆਏ ਤਾਂ ਬਾਕੀ ਤੁਰ ਪਏ ਹੋਏ ਸੀ? ਸਭ ਗੱਡੀਆਂ 'ਚ ਤੁਰੇ ਸੀ ਬਸ। ਅੱਛਾ ਨਾਲ ਆਣ ਕੇ ਰਲ ਗਏ ਤੁਸੀਂ? ਫਿਰ ਮੈਂ ਬੱਕਰੀਆਂ ਹੀ ਸੀ ਮੇਰੇ ਕੋਲ ਤਾਂ ਫਿਰ ਬੱਕਰੀਆਂ ਆ ਕੇ ਆਏ ਚਾਚਾ ਪਸ਼ੂ ਲੈ ਆਇਆ ਮੱਝਾਂ। ਅੱਛਾ ਬਾਕੀ ਪਸ਼ੂ ਤਾਂ ਫਿਰ ਤੁਸੀਂ ਕਿੱਥੇ ਆਣ ਕੇ ਫਿਰ? ਅਸੀਂ 94 ਪਿੰਡ ਸੀ ਨਾਲ ਹੀ ਸਾਡੇ ਇੱਧਰ ਨੂੰ। ਅੱਛਾ ਉੱਥੇ ਰਾਤ ਗੁਰਦੁਆਰੇ ਰਹੇ ਰਾਤ ਉੱਥੇ ਕੱਟੀ ਸਵੇਰ ਨੂੰ ਉਹ ਵੀ ਤੁਰ ਪਏ। ਅੱਛਾ ਅਸੀਂ ਉਹਦੇ ਮੋਰ ਗੱਡੇ ਤੁਰ ਪਏ ਸਾਡੇ। ਅੱਛਾ ਤੇ ਰੋਟੀ ਪਾਣੀ ਦਾ ਕੀ ਪ੍ਰਬੰਧ ਸੀ? ਕੋਈ ਪ੍ਰਬੰਧ ਉੱਥੇ ਕਾਹਦਾ ਹੁਣ ਜਿਹੜਾ ਤੁਸੀਂ ਸਾਰਾ ਪਿੰਡ ਇੱਥੇ ਆ ਜਾਓ ਸਾਡੇ ਪਿੰਡ ਹੋਰ ਦੂਆ ਪਿੰਡ ਆ ਪਡੋਡੀ ਵਾਲੇ ਜਾ ਜਾਓ। ਅੱਛਾ ਹੈਂ ਗੱਡੇ ਜੋੜ ਕੇ ਤਾਂ ਅਸੀਂ ਫਿਰ ਗੱਡੇ ਜੋੜ ਕੇ ਅਸੀਂ ਵੀ ਤਿਆਰੀ ਕਰਕੇ ਅਸੀਂ ਵੀ ਨਾਲ ਹੀ ਚੜ੍ਹਨਾ। ਅੱਛਾ ਤੇ ਉਸ ਤੋਂ ਅੱਗੇ ਫਿਰ ਗੁਰਦੁਆਰੇ ਤੋਂ ਅੱਗੇ ਫਿਰ ਅਗਲੀ ਜਿਹੜੀ ਰਾਤ ਹੋਈ ਉਹ ਕਿੱਥੇ ਕੱਟੀ ਜਾ ਕੇ ਕੁਛ? ਉਹ ਰਾਤ ਆ ਕੇ ਅਸੀਂ ਕੱਟੀ ਉਰੇ ਇੱਕ ਪਿੰਡ ਦਾ ਮੈਨੂੰ ਉਹਦਾ ਨਾਂ ਤਾਂ ਨਹੀਂ ਆਉਂਦਾ ਚੇਤੋਂ ਭੁੱਲ ਗਿਆ ਪਿੰਡ ਦਾ ਤਾਂ। ਅੱਛਾ ਉੱਥੇ ਰਾਤ ਉੱਥੇ ਵੀ ਗੁਰਦੁਆਰੇ ਕੱਟੀ। ਅੱਛਾ ਰੋਟੀ ਰਾਟੀ ਉੱਥੇ ਵੀ ਕੋਈ ਨਾ। ਅੱਛਾ ਹਾਂਜੀ ਹੁਣ ਅੱਗੇ ਤਾਂ ਲੰਗਰ ਥੋੜ੍ਹਾ ਆਇਆ ਹੁੰਦਾ। ਅੱਛਾ ਹਾਂਜੀ ਹਾਂਜੀ ਉੱਥੋਂ ਫੇਰ ਜਿਹੜਾ ਫਿਰ ਚੱਲੇ ਮਜਲ ਦੂਜੀ ਸਵੇਰ ਨੂੰ ਉੱਠ ਕੇ ਤੇ ਚਾਚਾ ਸ਼ਿਵ ਸਿੰਘ ਨੇ ਮੱਝਾਂ ਹੱਕੀਆਂ ਅੱਗੇ ਜਾ ਅਗਲੀ ਤੀਜੀ ਮੰਜ਼ਿਲ ਤੇ ਗਏ ਉੱਥੇ ਮੂਹਰੇ ਪਿੰਡ ਆਇਆ ਤੇ ਪਿੰਡ ਦੇ ਬੰਦੇ ਨਾ ਕੋਈ ਨਹੀਂ ਸਾਨੂੰ ਇੱਕ ਦੂਜੇ ਨੂੰ ਕੋਈ ਹੈਲਪ ਨਹੀਂ ਕਰਦਾ। ਉਹ ਜਿਹੜਾ ਹੁਣ ਅਸੀਂ ਜਾਂਦੇ ਸਾਡਾ ਕਾਫਲਾ ਬਣ ਗਿਆ ਨਾਲ ਫਿਰ ਬੋੜਲੇ ਬੰਦੇ ਅਗਲੇ ਵੀ ਤੁਰ ਪੈਂਦੇ ਸੀ ਉਸਨੇ ਕਹਿੰਦੇ ਭੇਜ ਸਾਨੂੰ ਵੀ ਜਾਣਾ ਪੈਣਾ। ਤੇ ਮਤਲਬ ਕਿੰਨੀਆਂ ਰਾਤਾਂ ਤੁਹਾਨੂੰ ਲੱਗੀਆਂ ਕਿਤੇ ਇੱਥੇ ਤੱਕ ਪਹੁੰਚਦਿਆਂ? ਕਿੰਨੇ ਕੁ ਦਿਨ ਲੱਗੇ? ਅਸੀਂ 3 ਰਾਤਾਂ ਸਾਨੂੰ 4 ਲੱਗੀਆਂ ਜੜ੍ਹਾਂ ਵਾਲੇ ਤੱਕ। ਅੱਛਾ ਜੜ੍ਹਾਂ ਵਾਲੇ ਤੋਂ ਬਾਅਦ ਸਾਈਡ ਨੂੰ ਸੀ ਅਸੀਂ। ਅੱਛਾ ਇਹ ਉਹ ਸੜਕ ਜਾਂਦੀ ਸੀ ਬੱਲੋ ਵਾਲੇ ਸਾਈਡ ਨੂੰ ਭਾਈ ਫੇਰੂ ਗੁਰਦੁਆਰਾ ਸੀ। ਅੱਛਾ ਹਾਂਜੀ ਭਾਈ ਫੇਰੂ ਦੇ ਗੁਰਦੁਆਰੇ ਨੂੰ। ਅੱਛਾ ਉੱਥੇ ਜਿਹੜੇ ਤੁਰੇ ਸੀਗੇ ਤੇ ਰਾਹ ਵਿੱਚ ਜਿਹੜੀ ਬੱਲੋ ਵਾਲੇ ਸਾਈਡ ਦੀ ਪੁਲੀ ਉਹ ਟੁੱਟ ਗਈ। ਉਹ ਕਿੱਦਾਂ? ਪਾਣੀ ਇੱਧਰੋਂ ਬਹੁਤ ਗਿਆ। ਅੱਛਾ ਮੀਂਹ ਬਹੁਤ ਪਿਆ ਉਦੋਂ। ਅੱਛਾ ਫਿਰ ਟੁੱਟ ਗਈ ਪੁਲੀ ਤਾਂ ਅਸੀਂ ਸੜਕ ਦੇ ਉੱਤੇ ਗੱਡੇ ਸਾਡੇ। ਅੱਛਾ ਨਾ ਇੱਧਰ ਨਾ ਇੱਧਰ ਪਾਣੀ ਇੱਧਰ ਵੀ ਸਾਡੇ ਇੱਧਰ ਵੀ 4 ਸਵੇਰੇ ਪਾਣੀ ਉਹ ਉੱਥੇ ਰੁਕ ਗਿਆ। ਜਦੋਂ ਨੂੰ ਕਿ ਨੰਗਲ ਨੂੰ ਰਾਹ ਹੀ ਤਾਂ ਜਾਣਾ ਕਿੱਥੇ ਸੀ। 1 ਮਹੀਨਾ ਪੂਰਾ ਉੱਥੇ ਰਿਹਾ ਸੀ। ਅੱਛਾ ਤੇ ਕੈਂਪ ਲੱਗਾ ਸੀ ਜਾਂ ਕਿਵੇਂ? ਕੈਂਪ ਕਾਹਨੂੰ ਸੜਕ ਦੇ ਉੱਤੇ ਪੱਕੀ ਦੇ ਉੱਤੇ ਅੱਛਾ ਆਪਣੇ ਰੋਟੀ ਵਾਲੇ ਪਕੌੜੇ ਚਾਹ ਚੂ ਬਣਾਉਣੀਆਂ ਉੱਥੇ। ਫਿਰ ਜਿਹੜੇ ਡਾਕਟਰ ਸੀ ਨਾ ਸਾਡੇ ਜਾਂਦੇ ਆਉਂਦੇ ਉਹ ਇਹ ਕਹਿੰਦੇ ਸੀਗੇ ਵੀ ਜੇ ਤੁਹਾਨੂੰ ਪੱਤੀ ਨਹੀਂ ਨਾ ਮਿਲਦੀ ਚਾਹ ਪੱਤੀ ਤੇ ਕਿਕਰਾਂ ਸੱਕ ਵਾਲ ਕੇ ਤਾਂ ਤੁਸੀਂ ਚਾਹ ਬਣਾ ਕੇ ਪੀ ਜਾਓ। ਅੱਛਾ ਹਾਂਜੀ ਇੱਦਾਂ ਦਾ ਹਾਲ ਸੀ। ਕਿਉਂਕਿ ਸਰਕਾਰ ਵੱਲੋਂ ਕਹਿੰਦੇ ਵੀ ਰੋਟੀ ਪਾਣੀ ਉਹਦੇ ਕੋਈ ਸਰਕਾਰ ਭੈਣ ਚੋਦ ਕੋਈ ਸਰਕਾਰੀ ਅੱਛਾ ਕਿਸੇ ਦਾ ਰਾਸ਼ਨ ਪਾਣੀ ਜਿਹੜਾ ਇੱਦਾਂ ਹੁੰਦਾ ਸੀ ਜੇ ਕਿਸੇ ਦਾ ਸਾਧਨ ਹੈਗਾ ਨਾ ਤਾਂ ਉਹ ਆਟਾ ਉਟਾ ਦਿੰਦੇ ਹੁੰਦੇ ਸੀ। ਅੱਛਾ ਤਾਂ ਜਾ ਕੇ ਦੂਰੋਂ ਜਿਹੜੇ ਬੰਦੇ ਹੁੰਦੇ ਜਿਹਨਾਂ ਦੇ ਕੋਲ ਕੁਝ ਸਾਧਨ ਹੁੰਦਾ ਸੀ ਜਿੱਦਾਂ ਘੋੜੀ ਸੀ ਸਾਡੇ ਦਰਸ਼ਨ ਸੁਣੋ ਕੋ ਇਹ ਘੋੜੀ ਤੇ ਜਾ ਕੇ ਲੈ ਲਵਾਉਂਦਾ ਹੁੰਦਾ। ਇਹ ਹੈਜਾ ਵੀ ਫੈਲਿਆ ਸੀ ਉਦੋਂ? ਹੈਜਾ ਥੋੜਾ ਜਿਹਾ ਕੁੱਲੇ ਛੱਡ ਦਿਓ। ਜਿਹੜੀ ਕਿਤੇ ਮੌਤ ਹੋ ਜਾਂਦੀ ਸੀ ਕਿਸੇ ਦੀ ਉਹਦਾ ਸੰਸਕਾਰ ਲੋਕ ਤਾਂ ਇੱਦਾਂ ਪਾਣੀ 'ਚ ਸੁੱਟ ਦਿੰਦੇ ਸੀ। ਅੱਛਾ ਲੱਤ ਕਿਤੇ ਫੁੱਲ ਕੇ ਕਿਤੇ ਹੁੰਜਿਆ ਸੀ ਕਿਤੇ ਪੁੱਛਾਂ ਮਤਲਬ ਬੰਦੇ ਦੀ ਕੋਈ ਕਦਰ ਨਹੀਂ? ਹਾਂਜੀ ਬੰਦੇ ਦੀ ਕਦਰ ਕਿਉਂ ਨਹੀਂ ਆ। ਸਾਡੇ ਪਿੰਡ ਦਾ ਉੱਥੇ ਬੰਦਾ ਇੱਕ ਖੋਜੀ ਮਰਿਆ। ਅੱਛਾ ਲੱਖਾ ਸੁ ਖੋਜੀ 4 ਭਰਾ ਸੀ ਉਹ ਚੰਗਾ ਉੱਥੇ ਪਿੰਡ 'ਚ ਵੀ ਕੰਮ ਹੁੰਦਾ ਚੰਗਾ ਹੁੰਦਾ ਸੀ ਤਾਂ ਉਹ ਮਰਿਆ ਖੋਜੀ ਸੀ ਉਹ। ਜਿਸ ਤਰ੍ਹਾਂ ਮਰਿਆ ਪਿੰਡ ਦੇ ਗੱਡਿਆਂ ਵਾਲੇ ਸਾਰੇ ਕਹਿਣ ਲੱਗੇ ਵੀ ਇਹਦਾ ਦਾਗ ਦੇਣਾ ਇਹਨੂੰ। ਪਿੰਡ ਸੀ ਇੱਕ ਮੋਹਰੇ ਮੁਸਲਮਾਨ ਦਾ ਸਾਹਮਣੇ ਸੜਕ ਦੇ ਕੰਢੇ ਤੇ। ਅਸੀਂ ਉੱਥੇ ਗਏ ਪਿੰਡ ਵਾਲਿਆਂ ਨੂੰ ਅਸੀਂ ਕਿਹਾ ਯਾਰ ਸਾਨੂੰ ਬਾਲਣ ਚਾਹੀਦਾ। ਉਹ ਬੰਦੇ ਨੇ ਗੱਲਬਾਤ ਸਾਡੇ ਨਾਲ ਕੀਤੀ ਬਾਲਣ ਦੀ ਕਹਿੰਦਾ ਜੀ 60 ਰੁਪਏ ਲੱਗਣੇ। ਅਸੀਂ ਚਲੋ 60 ਹੀ ਲੈਣੇ ਤੇ ਬਾਲਣ ਉਹ ਪਿਆ ਉੱਥੋਂ ਚੁੱਕ ਕੇ ਲੈ ਜਾਓ ਤਾਂ ਤੁਸੀਂ ਚੱਲ ਜਾਓ। ਫਿਰ ਉੱਥੇ ਗੱਲਾਂ ਬਾਤਾਂ ਕਰਦੇ ਹਾਂ ਤਾਂ ਉਹ ਕਹਿੰਦਾ ਸਰਦਾਰ ਜੀ ਪਿੰਡ ਤੁਹਾਡਾ ਕਿਹੜਾ?
ਅਸੀਂ ਕਿਹਾ ਪਿੰਡ ਸਾਡਾ 297 ਅੱਛਾ। ਹੈ ਹਾਂ ਹਾਂ। ਕਿ ਯਾਰ ਉੱਥੇ ਤਾਂ ਲੱਖਾਂ ਸੁ ਖੋਜੀ ਹੁੰਦਾ ਸੀ। ਅਸੀਂ ਕਿਹਾ ਉਹਦੀ ਮੌਤ ਹੋਈ ਆ ਹੈ, ਉਹਨੂੰ ਦਾਗ ਦੇਣਾ, ਲੱਕੜਾਂ ਦੇਣੀਆਂ ਜਾ ਕੇ। ਉਹ ਕਹਿੰਦਾ ਵੀ ਇੱਦਾਂ ਕਰੋ, ਆਹ ਲਓ ਪੈਸੇ, ਬਾਲਣ ਦੇ ਪੈਸੇ ਨਹੀਂ ਮੈਂ ਲੈਣੇ, ਤਾਂ ਤੁਸੀਂ ਬਾਲਣ ਚੁੱਕ ਕੇ ਚਲੋ ਉੱਥੇ ਨੂੰ, ਤੇ ਮੇਰਾ ਉੱਥੇ ਖੇਤ ਆ ਇੱਕ, ਮੈਂ ਆਉਣਾ ਤਾਂ ਮੈਂ ਤੁਹਾਨੂੰ ਆ ਕੇ ਦੱਸਦਾ ਮੇਰੇ ਖੇਤ 'ਚ ਦਾਗ ਦਿਓ, ਤਾਂ ਮੈਂ ਉਹਦੀ ਸਮਾਧ ਬਣਾਉਂਗਾ। ਅੱਛਾ। ਉਹ ਇੱਦਾਂ ਦਾ ਬੰਦਾ ਸੀ, ਕਹਿੰਦਾ ਜੇ ਕਿਤੇ ਟਿਕਾਣੇ ਮਰਦਾ ਤੇ 10 ਸਾਲ ਦੀਆਂ ਮਕਾਨਾਂ ਹੀ ਨਹੀਂ ਆਉਣੋਂ ਹਟਣੀਆਂ, ਕਹਿੰਦਾ। ਅੱਛਾ। ਕਿਹੜਾ ਪਿੰਡ ਸੀ ਉਹ ਤੁਸੀਂ ਦੱਸਿਆ? ਕਿਹੜਾ? ਜਿੱਥੇ ਉਹਦਾ ਸੰਸਕਾਰ ਕੀਤਾ ਸੀ ਲੱਖਾ ਸਿੰਘ ਦਾ। ਲੱਖਾਂ ਨੂੰ ਸੰਸਕਾਰ ਕੀਤਾ, ਪਿੰਡ ਦਾ ਤਾਂ ਨਾਂ ਨਹੀਂ ਜੈਸੇ ਹੁਣ ਨਾ ਚੱਕ ਕਿੰਨਾ ਸੀ? ਚੱਕ ਦਾ ਧਿਆਨ ਨਹੀਂ, ਉੱਥੇ ਉਸ ਬੰਦਾ ਥੋੜਾ ਪੁੱਛਦਾ ਕੋਈ ਚੱਕ। ਅੱਛਾ। ਜੀ ਚੱਕ ਜੀ ਕੋਈ ਪੁੱਛਦਾ। ਅੰਦਾਜ਼ਾ ਉਹ ਕਿਹੜੀ ਕਿੱਥੇ ਦੀ ਜਗ੍ਹਾ ਸੀ ਉਹ ਜਿਹੜੀ? ਜੜਾਂ ਵਾਲੇ ਤੋਂ ਥੋੜਾ ਜਿਹਾ ਅੱਗਾ, ਜੜਾਂ ਵਾਲੇ ਤੋਂ ਥੋੜਾ ਜਿਹਾ ਅੱਗਾ। ਬਲੂਆ ਹੈਰ ਜਿਹਨੂੰ ਕਹਿੰਦੇ ਸੀ ਨਾ, ਹਾਂਜੀ ਹਾਂਜੀ। ਉਹ ਤੋਂ ਅਸੀਂ ਤਕਰੀਬਨ 3 ਕੁ ਮੀਲ 4 ਮੀਲ ਪਿੱਛੇ ਸੀ। ਅੱਛਾ। ਜੈ ਤੇ ਤੁਹਾਡੇ ਕਾਫਲੇ ਤੇ ਕੋਈ ਹਮਲਾ ਵਗੈਰਾ ਵੀ ਹੋਇਆ ਜੀ? ਸਾਡੇ ਕਾਫਲੇ ਤੇ ਕੋਈ ਹਮਲਾ ਨਹੀਂ ਹੋਇਆ, ਰਾਹ ਵਿੱਚ ਅਸੀਂ ਬਿਲਕੁਲ। ਅੱਛਾ। ਕਿਸੇ ਦਾ ਕੋਈ ਨੁਕਸਾਨ ਨਹੀਂ? ਨੁਕਸਾਨ ਨਹੀਂ ਕੋਈ ਵੀ ਹੋਇਆ। ਜਿਹੜੇ ਇੱਦਾਂ ਬੰਦੇ ਹਿੱਜੇ ਨੰਬਰ ਇੱਕ ਉਹ ਮਰਿਆ, ਇੱਕ ਸਾਡੇ ਪਿੰਡ ਉਹ ਤੋਂ ਉਹ ਜਿਹੜੇ ਸੀਗੇ ਢਕਵਾਲੀਏ, ਹਾਂ ਹਾਂ। ਤੇ ਇੱਕ ਜਨੌੜੀ ਦੀ ਬੀਬੀ ਸੀਗੀ, ਅੱਛਾ। ਉਹ ਮੀਆਂ ਬਚਿੱਤਰ, ਉਹਦੀ ਕੁੜੀ ਸੀ ਉਹਦੀ ਇੱਕ, ਅੱਛਾ। ਉਹ ਉੱਥੇ ਮਰੀ। ਅੱਛਾ। ਤਾਂ ਉਹਨੇ ਫਿਰ ਉਦੋਂ ਜਿਹੜਾ ਦਾਗ ਦੇ ਗਏ ਤਾਂ ਉਹਨੇ ਸੱਦ ਲਿਆ ਸਾਰਿਆਂ ਬੰਦਿਆਂ ਨੂੰ, ਗੱਡਿਆਂ ਵਾਲਿਆਂ ਨੂੰ, ਸਾਰੇ ਅੱਛਾ। ਜਿਹਨੇ ਪਿੰਡਾਂ ਵਾਲੇ ਪਿੰਡ ਦੇ ਸੀ। ਹਾਂ ਹਾਂ। ਉਹ ਕਹਿੰਦੀ ਭਰਾਵੋ ਇੱਕ ਮੇਰੀ ਗੱਲ ਮੰਨ ਲਿਓ ਹੈਂ, ਹਾਂ ਵੀ ਇੱਕ ਮੇਰੇ ਤੇ ਅਹਿਸਾਨ ਕਰ ਦਿਓ, ਹਾਂ। ਮੈਨੂੰ ਇੱਦਾਂ ਨਾ ਸਿੱਟਿਓ ਜਿੱਦਾਂ ਚਾਹ ਲੋਕ ਪਾਣੀ 'ਚ ਸਿੱਟਿਓ, ਅੱਛਾ। ਮੈਨੂੰ ਦਾਗ ਦੇ ਦਿਓ। ਅੱਛਾ। 30 ਦਿਨ ਉਹ ਤੋਂ ਬਾਅਦ ਉਹ ਮਰ ਕੇ, ਅੱਛਾ। 30 ਦਿਨ ਫਿਰ ਅਸੀਂ ਗਏ ਉੱਥੇ ਬੰਦੇ ਕੋਲ, ਹਾਂ ਹਾਂ। ਉਹਨੂੰ ਕਿਹਾ ਜਾ ਕੇ, ਉਹਨੂੰ 50-60 ਰੁਪਏ ਦਿੱਤੇ ਤੇ ਸਾਨੂੰ ਬਾਲਣ ਲੈ ਕੇ ਦੇ। ਹੁਣ ਫਿਰ ਲੈ ਕੇ ਦਿੱਤਾ ਤਾਂ ਫਿਰ ਆ ਕੇ ਉਹ ਕੋਈ ਕੋਈ ਨਹੀਂ ਉਸ ਬੰਦੇ ਦਾ ਨਾਂ ਤੁਹਾਨੂੰ ਯਾਦ ਹੈ ਕੁਛ? ਨਾ ਕੌਣ ਪੁੱਛਦਾ, ਤੈਨੂੰ ਦੱਸਣ ਡਿਆ ਨਾ, ਨਾ ਪੁੱਛਣ ਦਾ ਚਾਹੇ ਵੀ ਕਿਸੇ ਨੂੰ ਸੀ। ਅੱਛਾ। ਹੋਰ ਕਿਸੇ ਮੁਸਲਮਾਨ ਨੇ ਤੁਹਾਡੀ ਮਦਦ ਕੀਤੀ ਹੋਵੇ ਉਧਰ? ਹੋਰ ਕਿਸੇ ਮੁਸਲਮਾਨ ਨੇ ਨਹੀਂ। ਹੋਰ ਰਾਹ 'ਚ ਫਿਰ ਜਿਹੜਾ ਪੁਲੀ ਬਣ ਗਈ, ਉਹ ਬੱਲੂ ਵਾਲੇ ਹੈਗਾ, ਹਾਂਜੀ। ਪਾਣੀ ਘਟ ਗਿਆ ਥੋੜਾ, ਹਾਂ ਹਾਂ। ਤਾਂ ਉਹ ਪੁਲੀ ਬਣੀ ਤਾਂ ਫਿਰ ਪੂਰੇ ਰਾਹ ਦੇ ਦਿੱਤੇ। ਅੱਛਾ। ਤਾਂ ਫਿਰ ਭਾਈ ਫੇਰੂ ਗੁਰਦੁਆਰਾ ਸੀ, ਹਾਂਜੀ। ਉੱਥੇ ਫਿਰ ਆਏ ਤਾਂ ਉੱਥੇ ਜਿਹੜੇ ਸੱਕ ਸੀ ਦਰਖਤਾਂ ਦੇ, ਉਹ ਖਾਬਰਾ ਤੋਂ ਪਹਿਲਾਂ ਮੋਰੇ ਸੀ ਨਾ, ਉਹ ਤੇ ਦਰਖਤਾਂ ਦੇ ਨਾਲ ਸੱਕ ਵੀ ਨਹੀਂ ਰਹੇ ਸੀ। ਅੱਛਾ। ਭੁੱਖ ਨਾਲ ਸਭ ਕੁਝ ਆਦਮੀ ਜੋ। ਤੇ ਇੰਨਾ ਰਾਸ਼ਨ ਪਾਣੀ ਸੀਗਾ ਤੁਹਾਡੇ ਕੋਲ? ਇੰਨੇ ਮਹੀਨਾ ਰੋਟੀ ਖਾ ਲਈ ਤੁਸੀਂ ਜਾ ਕੇ? ਸਾਡੇ ਕੋਲ ਰਾਸ਼ਨ ਤੈਨੂੰ ਦੱਸਿਆ ਤਾਂ ਹੈਗਾ, ਹਾਂ ਹਾਂ। ਰਾਸ਼ਨ ਪਾਣੀ ਪਿੰਡੋਂ ਵੀ ਲਿਆਂਦਾ ਸੀ, ਫਿਰ ਬਾਕੀ ਦਾਣੇ ਪਏ ਸੀ ਉੱਤੇ ਗੱਡਿਆਂ ਦੇ, ਹਾਂਜੀ। ਪਿਆਉਣ ਦਾ ਤਾਂ ਸਾਧਨ ਕੋਈ ਬਣਦਾ ਤਾਂ ਹੀ ਸੀ, ਪਰ ਆਟਾ ਹੈਲੀਕਾਪਟਰ ਵਿੱਚ ਆ ਕੇ ਉੱਥੇ ਸਿੱਟਦੇ ਸੀ, ਅੱਛਾ। ਜਾਂ ਮਿਲਟਰੀ ਵਾਲੇ ਆਟਾ ਗੱਡੀਆਂ ਇਹ ਦੇ। ਜੋ ਮਿਲਟਰੀ ਵਾਲੇ ਲਾਏ ਸੀ ਇਹਨਾਂ ਨੇ ਹਾਂਜੀ ਮਿਲਟਰੀ ਲਾਏ, ਸਾਡੇ ਰਾਖੀ ਵਾਸਤੇ? ਰਾਖੀ ਬਾਤ ਨੇ ਉਹਦਾ ਲਾਏ ਸੀ, ਇੱਦਾਂ ਗੱਡੀਆਂ ਉਹਨਾਂ ਦੀ ਲਾਈਆਂ ਜਿੱਦਾਂ ਹੁਣ ਸਾਡਾ ਬੰਦਾ ਕੋਈ ਮਿਲਟਰੀ ਵਿੱਚ ਹੈਗਾ, ਅੱਛਾ। ਉਹਨੂੰ ਕਿਹਾ ਵੀ ਤੁਹਾਡਾ ਬੰਦੇ ਉੱਧਰ ਹੈਗੇ, ਤੁਸੀਂ ਲੈ ਆਓ। ਅੱਛਾ। ਅੱਛਾ। ਉਹ ਫਿਰ ਸਾਡੇ ਇੱਥੇ ਬਾਲਿਆਂ ਤੋਂ ਸੀ, ਬਾਬੇ ਹੁਣਾਂ ਦੇ ਭਰਾ ਦਾ ਮੁੰਡਾ, ਹਾਂਜੀ। ਉਹ ਮਿਲਟਰੀ ਸੀਗਾ, ਅੱਛਾ। ਉਹ ਗਿਆ, ਫਿਰ ਉੱਥੇ ਗੱਡੀ ਲੈ ਗਿਆ, ਤਾਂ ਉੱਥੋਂ ਫਿਰ ਸਾਨੂੰ ਲੱਭ ਲਿਆ ਹੁਣ, ਕਾਫਲੇ ਸੀ ਅਸੀਂ 97 ਵਾਲੇ ਬੰਦੇ ਇੱਥੇ ਕਿੱਥੇ ਆ। ਹਾਂਜੀ। ਤਾਂ ਫਿਰ ਅਸੀਂ ਉੱਥੋਂ ਫਿਰ ਉਹ ਕਹਿਣ ਲੱਗੇ ਵੀ ਹੁਣ ਇੱਥੋਂ ਕਿੱਦਾਂ ਲੈ ਚੱਲੀਏ, ਵੀ ਸਾਡਾ ਤਾਂ ਪਿੱਛੇ ਅੱਛਾ। ਗੁਰਦਿਆਲ ਜਿਹੜਾ ਸੀ ਨਾ, ਇਹ ਵੀ ਛੋਟਾ ਹੀ ਸੀ, ਅੱਛਾ। ਇਹ ਨਾਨਕੀ ਸੀਗਾ, ਅੱਛਾ। ਇਹ ਵੀ ਉੱਥੇ ਸੀ। ਤੇ ਚਾਚੇ ਦਰਸ਼ੀ ਦਾ ਮੁੰਡਾ ਜਿਹੜਾ ਇੱਥੇ ਮਰਿਆ, ਸ਼ਾਇਦ ਤੈਨੂੰ ਪਤਾ ਹੋਵੇ, ਮੈਂ ਇਹਨੇ ਮਾਰਿਆ ਸੀ, ਹਾਂ। ਉਹ ਮੁੰਡਾ ਵੀ ਉੱਥੇ ਹੀ ਸੀ, ਅੱਛਾ। ਉਹ ਵੀ ਨਾਨਕੀ ਗਿਆ ਸੀ। ਫਿਰ ਤੋਂ ਉਹ ਗੱਡੀ ਲੈ ਕੇ ਪਿੱਛੇ ਨੂੰ ਗਏ, ਪਿੱਛੇ ਜਾ ਕੇ ਉੱਥੋਂ ਫਿਰ ਦੇਖਿਆ, ਉਹ ਕਹਿਣ ਲੱਗੇ ਇੱਥੋਂ ਕਾਬਲਾ ਤੇ ਚੱਲ ਗਿਆ ਉਹ। ਅੱਛਾ। ਉਹ ਫਿਰ ਮਿਲੇ ਨਹੀਂ, ਅੱਛਾ। ਨਾ ਮਿਲੇ ਤਾਂ ਫਿਰ ਆ ਗਿਆ ਇੱਥੇ ਨੂੰ। ਇੱਥੋਂ ਆ ਕੇ ਚਾਚਾ ਦਰਸ਼ੀ ਸਵਰਨ ਸਿੰਘ, ਇਹ ਤਾਂ ਬਹਿ ਗਿਆ ਗੱਡੀ 'ਚ, ਉਸ ਟਰੱਕ 'ਚ, ਅੱਛਾ। ਉਹਨਾਂ ਦੇ ਪੁਲਿਸ ਵਾਲਿਆਂ ਦੇ ਕਹਿੰਦੇ ਕੁੰਦੇ, ਤੇ ਇਹ ਭੈਣ ਚੋਂ ਦਾ ਗੁਜ਼ਾਰਾ ਵੀ ਪਹਿਣ ਲੱਗਾ ਸੀ, ਇਹਨੂੰ ਸਾਰਿਆਂ ਨੇ ਨਜ਼ਰ ਮਾਰਿਆ, ਕਹਿੰਦੇ ਇੱਦਾਂ ਨੌਜਵਾਨਾਂ ਨੇ ਤਾਂ ਇੱਧਰ ਮੁਕਾਬਲਾ ਕਰਨਾ, ਤਾਂ ਬੁੜੇ ਅਸੀਂ ਤਾਂ ਸਿਆਣਿਆਂ ਨੂੰ, ਬੁੜੀਆਂ ਨੂੰ ਖੜਨਾ, ਬੱਚਿਆਂ ਨੂੰ ਤਾਂ ਸਿਆਣਿਆਂ ਨੂੰ। ਮੈਂ ਫਿਰ ਇਹ ਰਹਿ ਪਿਆ, ਮੈਂ ਇਹੋ, ਅਸੀਂ ਤਾਂ ਫਿਰ ਲਾਸਟ ਆਏ ਨਾ। ਅੱਛਾ। ਫਿਰ ਤੁਸੀਂ ਉਸ ਤੋਂ ਬਾਅਦ ਫਿਰ ਪੁਲੀ ਤੋਂ ਅੱਗੇ ਫਿਰ ਗੱਡਿਆਂ ਤੇ ਚੱਲਦੇ ਆਏ ਕਿ ਰੁਕੇ ਕਿਤੇ ਰਸਤੇ? ਚੱਲਦੇ ਆਏ, ਜਿੱਥੇ ਕਿਤੇ ਰੋਟੀ ਵਾਲਾ ਕੋਈ ਇੰਤਜ਼ਾਮ ਹੁੰਦਾ ਹੀ, ਕਿਤੇ ਗੁਰਦੁਆਰਾ ਕੋਈ, ਅੱਛਾ।
ਕਹਿੰਦਾ ਭਾਈ ਫੇਰੂ ਤਾਂ ਕੋਈ ਇੰਤਜ਼ਾਮ ਨਹੀਂ ਸੀ, ਅੱਛਾ ਉਹਦਾ ਕੱਖ ਵੀ ਛੱਡਿਆ ਲੋਕਾਂ ਨੇ ਇੱਦਾਂ। ਤੇ ਰਸਤੇ 'ਚ ਮੁਸਲਮਾਨਾਂ ਦੇ ਕਾਫਲੇ ਵਿੱਚ ਤੁਸੀਂ ਜਾਂਦੇ ਦੇਖੇ? ਜੇ ਫਿਰ ਤਾਂ ਕੋਈ ਝਗੜਾ ਹੋ ਜਾਣਾ ਸੀ। ਅੱਛਾ ਹੈ ਨਹੀਂ ਸੀ ਕਦੇ? ਉਹਨਾਂ ਦੇ ਕਾਫਲੇ ਜਿਹੜੇ ਸੀ ਨਾ ਉਹ ਦੂਏ ਰੋਡ 'ਤੇ ਕਰਦੇ ਸੀ, ਜਿੱਦਾਂ ਹੁਣ ਇੱਥੋਂ ਰੋਡ ਦੋ ਆਉਂਦੇ ਨਾ, ਹਾਂਜੀ ਸਾਡਾ ਜਿਹੜਾ ਸੀ ਸਾਨੂੰ ਖੇਮ ਕਰਨ ਤੋਂ ਇੱਧਰ ਨੂੰ ਬਦਲ ਦਿੱਤਾ ਸੀਗਾ ਤਰਨ ਤਾਰਨ ਨਾਲ ਨੂੰ, ਅੱਛਾ ਹਾਂਜੀ। ਹਾਂਜੀ ਤਾਂ ਉਹਨਾਂ ਦਾ ਕਾਫਲਾ ਜਿਹੜਾ ਸੀ ਉਹ ਸਿੱਧਾ ਗਿਆ ਸੀਗਾ, ਅੱਛਾ ਤੇ ਇਸ ਕਰਕੇ ਵੀ ਕਾਫਲਾ ਵਿੱਚ ਆਪਸ ਵਿੱਚ ਇਹਨਾਂ ਦਾ ਜੋੜ ਮਿਲਦਾ। ਅੱਛਾ ਮਤਲਬ ਜਿੱਦਾਂ ਤੁਸੀਂ ਉੱਥੇ ਮਹੀਨਾ ਕੱਟਿਆ ਤਾਂ ਕੀ ਖਬਰਾਂ ਕੀ ਸੁਣਨ ਨੂੰ ਮਿਲਦੀਆਂ ਵੀ ਕੀ ਹੋ ਰਿਹਾ ਦੋਨਾਂ ਦੇਸ਼ਾਂ ਦੇ ਵਿੱਚ ਜਾਂ ਕਿੱਦਾਂ ਹੋ ਰਿਹਾ? ਕੋਈ ਗੱਲਬਾਤ ਬਜ਼ੁਰਗ ਆਪਸ ਵਿੱਚ ਕਰਦੇ ਹੋਣ ਜਾਂ ਕਿਵੇਂ? ਬਜ਼ੁਰਗਾਂ ਦੇ ਵਿਚਾਰੇ ਇੱਕ ਬਜ਼ੁਰਗ ਵੀ ਇਹੋ ਗੱਲਾਂ ਕਰਦੇ ਹੁੰਦਾ ਹਾਂ ਹਾਂ ਵੀ ਕੀ ਗੌਰਮੈਂਟ ਸਾਡੀ, ਕੀ ਗੌਰਮੈਂਟ ਦਾ ਕੀ ਹਾਲ ਹੈ, ਅੰਗਰੇਜ਼ਾਂ ਦਾ ਕੀ ਫੁੱਟ ਪਾਈ ਸਾਡੇ ਵਿੱਚ, ਅੱਛਾ ਹਾਂਜੀ। ਅਸੀਂ ਭਾਈ ਸੀ, ਹਿੰਦੂ ਤਾਂ ਮੁਸਲਮਾਨ ਕੋਈ ਸਿੱਖ ਕੋਈ ਈਸਾਈ ਜਿਹਦੇ ਥੋੜ੍ਹਾ ਸੀ, ਹਾਂਜੀ ਬੜਾ ਪਿਆਰ ਸੀ, ਇਕੱਠੇ ਖੇਡਣਾ ਕੁੱਦਣਾ ਸਭ ਕੁਝ, ਅੱਛਾ ਘੋਲ ਹੋਣੇ ਕਰਨਾ, ਅੱਛਾ ਇਕੱਠੇ ਰਹਿਣਾ। ਹਾਂ, ਪਰ ਦੇਖ ਲਾ ਤਕਦੀਰ ਨੇ ਬਦਲਣਾ ਕਿਸੇ ਨੂੰ ਤਾਂ ਉਸਲਾ ਕੀ ਕਰਨਾ। ਅੱਛਾ ਤੇ ਜੇ ਹੁਣ ਮੰਨ ਲਓ ਤੁਹਾਨੂੰ ਉੱਧਰ ਜਾਣ ਦਾ ਮੌਕਾ ਮਿਲੇ ਤਾਂ ਤੁਸੀਂ ਆਪਣਾ ਘਰ ਪਛਾਣ ਲਓਗੇ? ਬਿਲਕੁਲ ਸਵਾਲ ਨਹੀਂ ਪੈਦਾ ਹੁੰਦਾ। ਪਛਾਣ ਲਓ। ਮਰੱਬੇ ਪਛਾਣ ਲਓ, ਮਰੱਬੇ ਆਪਣਿਆਂ ਦਾ ਪਤਾ ਸਾਰਿਆਂ ਦਾ ਮੈਨੂੰ। ਕਦੀ ਮਤਲਬ ਕਦੀ ਬੈਠੇ ਆ ਤਾਂ ਯਾਦ ਆਈ ਕਿ ਉਹ ਸਾਡਾ ਏਦਾਂ ਦਾ ਘਰ ਹੁੰਦਾ ਸੀ, ਆਹ ਚੀਜ਼ ਕਰੀ? ਸਭ ਕੁਝ ਨਿਗਾਹ 'ਚ ਆਇਆ, ਅੱਖਾਂ 'ਚ ਦਾ ਸਭ ਕੁਝ ਹੁੰਦਾ। ਅੱਛਾ ਹਾਂਜੀ ਤੇ ਵੈਸੇ ਜਿਹੜਾ ਇਹ ਕੰਮ ਹੋਇਆ ਕਿ ਕੀ ਇਹ ਸਰਕਾਰਾਂ ਰੋਕ ਸਕਦੀਆਂ ਸੀ? ਸਭ ਕੁਝ ਕਰ ਸਕਦੇ ਨੇ ਸਰਕਾਰਾਂ, ਰੋਕ ਸਕਦੇ ਹੈ। ਇਹਦਾ ਗਦਰ ਤਾਂ ਫੇਰ ਹੀ ਪਿਆ ਨਾ, ਹਾਂ ਹਾਂ ਜਿਸ ਤਰ੍ਹਾਂ ਉਧਰ ਉਹਦੀ ਦੁਨੀਆ ਉੱਠੀ ਸੀਗੀ ਇੱਥੋਂ, ਹਾਂਜੀ ਇੱਥੇ ਮੁਸਲਮਾਨ ਇੱਧਰੋਂ ਉੱਠਦੇ ਸੀ। ਹਾਂ ਹਾਂ ਤੇ ਜੇ ਸਰਕਾਰ ਇਹਦੀ ਗੌਰਮੈਂਟ ਹੁੰਦੀ ਅੰਗਰੇਜ਼ਾਂ ਤੇ ਇਸ ਗੱਲ ਦਾ ਗੌਰਮੈਂਟ ਕੋਈ ਵੀ ਨਹੀਂ ਸੀ। ਅੱਛਾ ਗੌਰਮੈਂਟ ਕਾਹਦੀ ਹੋਲਾ? ਹਾਂ ਹਾਂ ਮੁਸਲਮਾਨ ਆਪਣੇ ਉਧਰ ਰਾਜ ਮੰਗਦੇ ਸੀ, ਅਸੀਂ ਆਪਣਾ ਮੰਗਦੇ ਸੀ ਹਿੰਦੁਸਤਾਨ, ਅੱਛਾ ਹਾਂਜੀ। ਹਾਂ ਹਾਂ ਤਾਂ ਉਸਲਾ ਇਹ ਕੰਮ ਨਹੀਂ ਸੀ ਕੋਈ ਵੀ। ਨਹੀਂ ਮਤਲਬ ਕੋਈ ਤਰੀਕੇ ਦੇ ਨਾਲ ਹੋ ਸਕਦਾ ਸੀ ਵੀ ਕਤਲੋ ਗਾਰਦੇ ਦੇ ਨਾ ਹੁੰਦੀ ਗਈ ਨਾ ਲੋਕ ਮਾਰੇ ਗਏ, ਵੀ ਕੋਈ ਤਰੀਕਾ ਹੋ ਸਕਦਾ ਸੀ ਵਧੀਆ ਹੋਰ ਕੋਈ ਤਰੀਕਾ ਕਾਹਦਾ ਹੋਣਾ ਸੀ? ਤਰੀਕਾ ਤਾਂ ਹੀ ਹੁੰਦਾ ਜੇ ਕੋਈ ਇਕੱਠੇ ਹੁੰਦੇ। ਅੱਛਾ ਸਾਡੇ ਨਾਲ ਦੇ ਪਿੰਡ 3 ਸੀ, ਹੂੰ 3 ਕਾਹਨੂੰ 7 ਪਿੰਡ ਸੀ, ਅੱਛਾ 301 ਤੋਂ ਲਾ ਕੇ ਹੂੰ 307 ਤੱਕ। ਅੱਛਾ ਉਹਨਾਂ ਨੇ ਅੰਮ੍ਰਿਤਸਰ ਦੇ ਲੋਕ ਸੀ, ਅੱਛਾ ਅੰਮ੍ਰਿਤਸਰੀ ਸਾਰੇ। ਹਾਂਜੀ ਉਹਨੇ ਤੋਪ ਬਣਾਈ ਸੀ, ਤੋਪ ਕਿੱਦਾਂ ਬਣਾਉਂਦੇ ਸੀ? ਗੋਲਾ ਮਾਰਨਾ। ਨਹੀਂ ਤੋਪ ਬਣਾਉਂਦੀ ਕਾਹਦੇ ਸੀ, ਕਾਹਦੇ? ਉਹਨੇ ਆਪਣੀ ਸਿਆਸਤ ਜਿੱਦਾਂ ਬਾਕੀ ਤੋਪਾਂ ਬਣਦੀਆਂ, ਅੱਛਾ। ਸਿਆਸੀ ਬੰਦੇ ਵਿੱਚ ਹੁੰਦੇ ਸਿਆਣੇ। ਅੱਛਾ ਫਿਰ ਕੀ, ਫਿਰ ਉਹਨੇ ਜਿਸ ਤਰ੍ਹਾਂ ਉਹਨਾਂ ਨੂੰ ਮੁਸਲਮਾਨ ਦੀ ਪਈ ਆ, ਉਹ ਉੱਠੇ ਨਹੀਂ। ਅੱਛਾ ਉਹਨੇ ਤੋਪ ਦਾ ਮੂੰਹ ਕੀਤਾ ਉਹਦੇ ਨੂੰ, ਗੋਲਾ ਜਿਹਾ ਠਾ ਦੇਣੀ, ਇੱਕ ਚੱਲਿਆ, ਮੁੜ ਕੇ ਸਭ ਦੌੜ ਕੇ ਮੁਸਲਮਾਨ ਦੀ, ਅੱਛਾ ਹਾਂਜੀ। ਉਹ ਫਿਰ ਕਈ ਦਿਨ ਉੱਥੇ ਬੈਠੇ ਰਹੇ। ਫਿਰ ਉਹਨਾਂ ਬੰਦਿਆਂ ਕਿਹਾ ਸਾਲੇ ਤੁਹਾਨੂੰ ਇੱਕ ਵੀ ਨਹੀਂ ਤੁਹਾਡੇ 'ਚ ਜਾਣਾ, ਅੱਛਾ ਤੁਸੀਂ ਜੇ ਜਾਣਦਾ ਥੋੜ੍ਹਾ ਨਿਕਲ ਜਾਓ। ਅੱਛਾ ਸਾਡੇ ਪਿੰਡ ਵਾਲੇ ਦੇ ਨਾਲ ਦੇ ਸਾਡੀ ਭੂਆ ਸੀ ਜਿੱਥੇ ਹਾਂਜੀ ਨਾਲ ਹੀ ਪਿੰਡ ਸੀ ਨੜਿਨਵਾ, ਅੱਛਾ ਉਹ ਨੜਿਨਵੇ ਵਾਲੇ ਵੀ ਉਹਨਾਂ ਦਾ ਰਲ ਗਏ। ਅੱਛਾ ਅਖੀਰ ਫੇ ਜਿਸ ਤਰ੍ਹਾਂ ਦੇਖਿਆ ਨਹੀਂ ਹਾਲਤ ਮੰਦੀ ਆ, ਇਹ ਫੇ ਨੜਿਨਵੇ ਵਾਲੇ ਨੇ ਗੱਡੇ ਨਾ ਟੇਕੂ ਟੋਬੇ ਨੂੰ ਡੀਐਸਪੀ ਆਇਆ, ਅੱਛਾ ਟੇਕੂ ਟੋਬੇ ਦੇ ਮੁਸਲਮਾਨ। ਹਾਂਜੀ ਉਹ ਸਾਡੇ ਜਿਹੜਾ ਜਥੇਦਾਰ ਸੀ ਉਹਨਾਂ ਦਾ 301 ਵਾਲਿਆਂ ਦਾ, ਹਾਂ ਹਾਂ ਉਹਦਾ ਦੋਸਤ ਸੀ। ਅੱਛਾ ਉਹ ਕਹਿੰਦਾ ਵੀ ਜਥੇਦਾਰ ਜੀ ਇੱਦਾਂ ਕਰੋ, ਤੁਸੀਂ ਗੱਡੇ ਐਂ ਨੂੰ ਟੇਕੂ ਟੋਬੇ ਨੂੰ ਮੋੜੋ, ਟੇਕੂ ਟੋਬੇ ਸਮਾਨ ਨਹੀਂ ਤੁਹਾਡਾ ਜਾਣਾ, ਅੱਛਾ ਤਾਂ ਬੰਦੇ ਸਾਰੇ ਤੁਹਾਡੇ ਚਲ ਜਾਣਗੇ, ਅੱਛਾ ਬੱਚੇ ਬੁੜੀਆਂ ਬੰਦੇ, ਗੱਡੀ ਲਾਈਓ ਆ ਵਿੱਚ ਬੈਠੋ ਤਾਂ ਚਲੋ। ਅੱਛਾ ਉਹ ਫਿਰ ਉਹਨੇ ਸਾਨੂੰ ਦੱਸਿਆ ਬੰਦੇ 301 ਦੇ ਮੁੰਡੇ ਸੀ, ਘੁਲਦੇ ਘਾਲਦੇ ਹੁੰਦੇ ਚੰਗੇ। ਅੱਛਾ ਉਹ ਫਿਰ ਜਿਸ ਤਰ੍ਹਾਂ ਸਾਡੇ ਪਿੰਡ ਦੇ ਨਿੰਮੇ ਦੇ ਗੱਭੇ ਵੇਚ ਜਾਂਦੀ ਹੁੰਦੀ ਸੀ ਮਲਤਾਨ ਨੂੰ, ਜੇ ਨਾ ਉੱਥੇ ਆਏ, ਉਹਨੇ ਬੂਝਾਂ ਦੇ ਵਿੱਚ ਨਾ ਖਾਲਾਂ ਤੇ ਛਾਲਾਂ ਰੇਲ ਹੌਲੀ ਹੌਲੀ ਜਾਂਦੀ ਸੀ, ਤੇ ਛੁਰੇ ਲੈ ਕੇ ਬੰਦੇ ਵੜ ਗਏ ਵਿੱਚ, ਗੱਡੀ ਮਲਤਾਨ ਵੱਲ ਨੂੰ ਪਾਤੀ, ਸਾਹਮਣੇ ਤਾਂ ਲੈਲਪੁਰਾ ਨੂੰ ਆਉਣੀ ਸੀ, ਪਹਿਲਾਂ ਇੰਜਣ ਇੱਧਰ ਨੂੰ ਲਾਇਆ ਸੀ ਲੈਲਪੁਰਾ ਨੂੰ, ਮੁੜ ਕੇ ਇੰਜਣ ਲਾ ਕੇ ਉੱਧਰ ਲਾ ਦਿੱਤਾ। ਅੱਛਾ ਫਿਰ ਜਵਾਨ ਬੰਦੇ ਇੱਕ ਪਾਸੇ ਕਰਤੇ, ਬੁੜੀਆਂ ਇੱਕ ਪਾਸੇ ਕਰਤੀਆਂ, ਨੌਜਵਾਨ ਬੁੜੀਆਂ ਸੀ ਇੱਕ ਪਾਸੇ ਕਰਤੀਆਂ, ਛੁਰੇ ਲੈ ਕੇ ਵੜ ਗਏ। ਬਸ ਉਹਨੇ ਬਹੁਤ ਕਤਲੇਆਮ ਕੀਤੀ। ਅੱਛਾ ਫਿਰ ਮੁੰਡੇ 4-5 ਬੰਦੇ ਸੀ, ਜਿਹੜੀ ਛਾਲਾਂ ਮਾਰ ਕੇ ਗੱਡੀ 'ਚੋਂ ਨਾ ਚੱਲਦੀ 'ਚੋਂ, ਅੱਛਾ ਉਹ ਫਿਰ ਸਾਡੇ ਨਾਲ ਰਾਤ ਉਹੀ ਤੁਰਨਾ ਤਾਂ ਦਿਨੇ ਫਸੇ ਡੁੱਬੇ ਰਹਿਣਾ।
7ਵੇਂ ਦਿਨ ਸਾਡੇ ਨਾਲ ਰਹੇ ਉੱਥੇ। ਫਿਰ ਉਹ ਸਾਨੂੰ ਦੱਸਿਆ ਉਹਨੇ ਹਾਲਤ ਵੀ ਆਹ ਹਾਲਤ ਹੋਈ ਆ ਸਾਡੇ, ਤਾਂ ਬੰਦਾ ਇੱਕ ਨੇ ਸਾਡੇ ਜਥੇਦਾਰ ਨੇ ਸਾਡਾ ਬੇੜਾ ਬਿਠਾ ਦਿੱਤਾ। ਹਾਂਜੀ, ਇੱਦਾਂ ਦਾ ਹਾਲਤ ਕੋਈ ਪੁੱਛਦਾ ਸੀ? ਕੋਈ ਨਹੀਂ ਪੁੱਛਦਾ। ਮਤਲਬ ਜਿੱਦਾਂ ਮੁਲਕ ਆਜ਼ਾਦ ਹੋਇਆ ਸੀ, ਉਹ ਖੁਸ਼ੀ ਤਾਂ ਫਿਰ ਕੋਈ ਹੋਣੀ ਨਹੀਂ ਉਸ ਵੇਲੇ। ਖੁਸ਼ੀ ਕਾਹਦੀ ਗਮੀ ਸੀ ਕਿ ਖੁਸ਼ੀ ਦਾ ਘਰ ਛੱਡ ਕੇ ਤੁਰਨਾ ਪੈ ਗਿਆ ਮਹੀਨਾ ਜੰਗਲ 'ਚ, ਉੱਥੇ ਬੈਠੇ ਬਾਹਰ ਖੇਤਾਂ 'ਚ ਸਮਝੇ ਖੁਸ਼ੀ। ਉਹਦੀ ਖੁਸ਼ੀ ਕਾਹਦੀ ਹੋਣੀ ਸਾਰੀ? ਆਜ਼ਾਦੀ ਕਿਹਨੂੰ ਖੁਸ਼ੀ ਨਹੀਂ ਹੋਈ? ਅੱਛਾ, ਤੁਸੀਂ ਉਧਰਲੇ ਕੁਝ ਸ਼ਹਿਰਾਂ ਦੇ ਜਾਂ ਪਿੰਡਾਂ ਦੇ ਨਾਂ ਜਿਹੜੇ ਸ਼ਹਿਰ ਵਿੱਚ ਜਾਂਦੇ ਹੁੰਦੇ ਸੀ, ਤੁਸੀਂ ਜ਼ਿਆਦਾ ਸਮਾਨ ਟੇਕੂ ਟੋਬਾ ਸਾਡਾ ਤਹਿਸੀਲ ਸੀ। ਅੱਛਾ, ਸਾਤੋਂ ਇੰਨੀ ਦੂਰ ਜੀ ਗਾੜਿਆ। ਅੱਛਾ, ਤੇ ਮੇਲਾ ਮੁੱਲਾ ਵੀ ਲੱਗਦਾ ਸੀ? ਬਹੁਤ, ਵਿਸਾਖੀ ਦਾ ਮੇਲਾ ਜਾਂਦੇ ਸੀ ਦੇਖਣ? ਦੁਸਹਿਰਾ ਹੋਣਾ ਜੀ, ਮੇਲਾ ਦੇਖਣ ਜਾਂਦੇ? ਬਿਲਕੁਲ। ਕਿੱਥੇ ਕੁ ਲੱਗਦਾ ਹੁੰਦਾ ਸੀ ਮੇਲਾ, ਕੁਛ ਅੰਦਾਜ਼ਾ? ਉਹ ਉੱਥੇ ਖੂਹੀ ਸੀਗੀ ਛੱਤੀਓ, ਪਾਣੀ ਵਾਲੀ ਖੂਹੀ ਜਿਹੜੀ ਸੀ, ਉਹ ਛੱਤਿਆ ਖੂਹ ਸੀ। ਅੱਛਾ, ਖੂਹ ਦੇ ਲਾਗੇ ਮੇਲਾ ਲੱਗਦਾ ਹੁੰਦਾ ਸੀ। ਅੱਛਾ, ਕੋਈ ਖੁੱਲੀ ਗਰਾਊਂਡ ਸੀਗੀ? ਹਾਂਜੀ, ਜਗ੍ਹਾ ਖੁੱਲੀ ਕਾਫੀ ਖੁੱਲੀ ਸੀ। ਤੇ ਉੱਥੇ ਸੀਗੀ ਦਾਣਾ ਮੰਡੀ ਵੀ ਲਾਗੇ ਸੀ। ਅੱਛਾ, ਹਾਂਜੀ, ਦਾਣਾ ਮੰਡੀ ਦੇ ਕੋਲ ਕਰਕੇ ਨਾ ਬਹੁਤ ਆ। ਫਿਰ ਤੁਸੀਂ ਇੱਧਰ ਫਿਰ ਕਿੱਥੇ ਪਹੁੰਚੇ ਆਣ ਕੇ, ਜਦੋਂ ਹਿੰਦੁਸਤਾਨ 'ਚ ਕਦੋਂ ਐਂਟਰ ਹੋਏ ਤੁਸੀਂ ਇੱਧਰ? ਅਸੀਂ ਕੋਈ ਤਕਰੀਬਨ ਮਹੀਨਾ ਕੁ ਉੱਥੇ ਲੱਗ ਗਿਆ, 15 ਕੁ ਦਿਨ ਹੋਰ ਲਾ ਲਾ। 1.5 ਮਹੀਨੇ ਬਾਅਦ ਅਸੀਂ ਇੱਥੇ ਬਾਰਡਰ ਪਾਸ ਕੀਤਾ। ਅੱਛਾ, ਉਹ ਫਿਰ ਬਾਰਡਰ ਪਾਸ ਕਰਕੇ ਅਸੀਂ ਤਰਨਤਾਰਨ ਨੂੰ ਆਏ। ਅੱਛਾ, ਕਿੰਨੇ ਕੁ ਗੱਡੇ ਲੋਕ ਸੀ, ਕਿੰਨੇ ਸੀ ਉਹਦਾ ਕਾਫਲਾ, ਕਿੰਨਾ ਕੁ ਸੀ? ਪਿੰਡਾਂ ਦਾ ਕਾਫਲਾ ਪਿੱਛੋਂ ਕਾਫਲਾ ਜਦੋਂ ਕਾਫੀ ਵੱਡਾ ਸੀ, ਅੱਛਾ, ਲੰਮਾ ਜਿੱਦਾਂ, ਠੀਕ ਹੈ। ਪਤਾ ਗਿਣਤੀ ਥੋੜ੍ਹਾ ਹੁੰਦੀ ਸੀ। ਅੱਛਾ, ਫਿਰ ਅੱਗੇ ਕੀ ਪ੍ਰੋਗਰਾਮ ਸੋਚਿਆ ਬਜ਼ੁਰਗਾਂ ਨੇ ਕਿੱਥੇ ਹੁਣ ਜਾਣਾ ਚਾਹੀਦਾ? ਆਪਣੇ ਪਿੰਡ ਸੋਚਿਆ ਸਾਰਿਆਂ ਨੇ, ਇਹੋ ਬਜ਼ੁਰਗਾਂ ਨੇ ਇਹੋ ਸੋਚਿਆ ਸੀ ਨਾ। ਹੁਣ ਵੀ ਇੱਥੇ ਕਿੱਥੇ ਜਾਣਾ ਤੇ ਕੀ ਕਰਨਾ। ਅੱਛਾ, ਫਿਰ ਸਿੱਧੇ ਤੁਸੀਂ ਕਿੱਥੇ ਆਏ? ਸਿੱਧੇ ਅਸੀਂ ਆਏ ਆਪਣੇ ਜਲੰਧਰ ਨੂੰ। ਜਲੰਧਰ? ਹਾਂਜੀ, ਅੱਛਾ, ਜਲੰਧਰ ਨੂੰ ਆ ਕੇ ਫਿਰ ਮੁੜ ਕੇ ਅਸੀਂ ਹੁਸ਼ਿਆਰਪੁਰ ਨੂੰ ਅੱਛਾ ਪੈ ਗਏ। ਹੁਸ਼ਿਆਰਪੁਰ ਆ ਕੇ ਤੇ ਮੁੜ ਕੇ ਆਪਣੇ ਇੱਧਰ ਨੂੰ ਕੱਢ ਦਵਾਂਗੇ। ਅੱਛਾ, ਤੇ ਬਾਕੀ ਬੰਦੇ ਜਿੱਥੇ ਪਿੰਡ ਸੀ ਉੱਧਰ ਨੂੰ ਆਪੋ ਆਪਣੇ ਪਿੰਡਾਂ ਨੂੰ ਫਿਰ ਖਿਲੇ ਗਏ। ਹਾਂ, ਅਸੀਂ ਬਾਹਰ ਨਹੀਂ ਆਏ। ਅੱਛਾ, ਤੇ ਕੀ ਹਾਲਾਤ ਸੀ ਇੱਧਰਲੇ ਪਿੰਡਾਂ ਦੇ ਉਸ ਵੇਲੇ? ਉਹ ਪਿੰਡ ਹਾਲਾਤ ਇੱਦਾਂ ਸੀ। ਹਾਲਾਤ ਕਾਹਦੇ ਸੀ? ਮਤਲਬ ਜਦੋਂ ਤੁਸੀਂ ਪਹੁੰਚੇ ਤਾਂ ਚਾਚੇ ਜਿਹੜੇ ਇੱਥੇ ਤੁਹਾਡੇ ਬਜ਼ੁਰਗ ਰਹੇ, ਉਹਨਾਂ ਨੇ ਸ਼ੁਕਰ ਮਨਾਇਆ? ਕੋਈ ਦੇ ਵਿੱਚ ਜਿਹਦੇ ਬਾਹਰ ਤੁਸੀਂ ਜਿੰਦੇ ਆ ਗਏ ਬਾਹਰ ਬਹੁਤ ਚੰਗਾ। ਅੱਛਾ, ਹਾਂਜੀ। ਤੇ ਫਿਰ ਇੱਥੇ ਆਣ ਕੇ ਖੇਤੀ ਵਗੈਰਾ ਕਿੰਨੇ ਕੁ ਦਿਨ 'ਚ ਬਾਅਦ ਸ਼ੁਰੂ ਕੀਤਾ ਕੰਮ ਤੁਸੀਂ? ਇੱਥੇ ਕਈ ਦਿਨ ਬਾਅਦ ਜੀ ਮੇਰੀ ਕੱਚੀਆਂ ਮਿਰਟਾਂ ਹੋਈਆਂ, ਸਾਲ ਹੀ ਲੱਗ ਗਿਆ ਸੀ। ਅੱਛਾ, ਤੁਹਾਡੀ ਕੱਚੀ ਅਲਾਟਮੈਂਟ ਕਿੱਥੇ ਦੀ ਹੋਈ ਸੀ? ਇੱਥੇ ਦੀ ਹੋਈ ਦਾਰਾਪੁਰੇ। ਅੱਛਾ, ਫਿਰ ਉਹ ਚੋਦੀਪੁਰ ਦਾ ਹਾਰਿਆ ਜਿੱਥੇ, ਉੱਥੇ ਹੋਈ ਸੀ ਸਾਡੀ ਅਲਾਟਮੈਂਟ ਪਹਿਲਾਂ। ਫਿਰ ਕੱਚੀ ਪੱਕੀ ਅਲਾਟਮੈਂਟ ਚ ਹੋਈਆਂ ਤਾਂ ਪੱਕੀ ਤਾਂ ਫਿਰ ਇੱਦਾਂ ਜਿੱਦਾਂ ਨੰਬਰ ਬਾਰ ਜਿੱਦਾਂ ਨਹੀਂ ਕੀਤੀ। ਕੱਚੀ ਅਲਾਟਮੈਂਟ ਤੋਂ ਲੈ ਕੇ ਪੱਕੀ ਅਲਾਟਮੈਂਟ ਕਿੰਨੇ ਕੁ ਸਾਲ ਵਿੱਚ ਲੱਗੇ ਗਿਆ ਤੁਸੀਂ? 2.5-3 ਸਾਲ ਦਾ ਗੈਪ ਪੈ ਗਿਆ। ਤੇ ਉਸ ਵੇਲੇ ਤੁਹਾਡੇ ਕੋਲ ਖੇਤੀ ਦੇ ਸਾਧਨ ਬਣ ਚੁੱਕੇ ਸੀ? ਬਲਦ ਲੈ ਲਏ? ਬਲਦ ਪਹਿਲਾਂ ਹੀ ਸੀ, ਬਲਦ ਨਾਲ ਹੀ ਲੈ ਆਏ ਸੀ ਪਿੱਛੋਂ ਲੈ ਕੇ ਗੱਡੇ ਗੁੱਡੇ। ਪੈਸਾ ਤੇ ਲਾ ਤਾਂ ਬਹੁਤ ਘੱਟ ਪੈਸਾ ਤੇ ਲਾਓ ਤੇ ਕਿ ਬੰਦੇ। ਅੱਛਾ, ਨਾਂਗੇ ਹੀ ਸਭ। ਅੱਛਾ, ਖੇਤੀ ਖੁੱਤੀ ਆਣ ਕੇ ਸ਼ੁਰੂ ਕੀਤੀ? ਮਤਲਬ ਕੀ ਇੱਕ ਮਹਿਸੂਸ ਹੁੰਦਾ ਸੀ ਉਧਰ ਅਸੀਂ ਸਾਰਾ ਕੁਝ ਵਸਿਆ ਛੱਡ ਕੇ ਆਏ ਆ, ਇੱਧਰ ਜਿਹੜਾ ਹੈ ਸਾਰਾ ਕੁਝ ਘਰ ਭਰਿਓ ਛੱਡ ਕੇ ਆਏ ਸੀ। ਇੱਧਰ ਵੀ ਤਾਂ ਅਸੀਂ ਆਏ ਇੱਥੇ ਤਾਂ ਅਸੀਂ ਜਿੱਥੇ ਬਾਂਕਾ ਰਹਿੰਦਾ ਉੱਥੇ ਘਰ ਉਹ ਸਾਡੇ ਕੋਲ ਹੋਇਆ ਸੀਗਾ ਇੱਕ, ਜਾਂ ਇੱਥੇ ਘਰ ਆ ਸੁਨਿਆਰਿਆਂ ਦੇ ਹੁੰਦੇ ਸੀ ਇਹਨੂੰ। ਅੱਛਾ, ਹੈਂ, ਇਹਨਾਂ ਦੇ ਲਾਗੇ ਉਹ ਘਰ ਦਰਸ਼ਨ ਹੁੰਦਾ ਸੀ ਜਿੱਥੇ ਕੋ ਪਹਾੜੀ ਦੇ ਬੰਦ ਹੋਣੀ ਆ। ਅੱਛਾ, ਉੱਥੇ ਰਿਹਾ ਦਰਸ਼ਨ ਸੂ। ਅੱਛਾ, ਅਸੀਂ ਨਾਲ ਦੇ ਘਰ 2 ਕੱਚੇ ਸੀਗੇ, ਜਿਹਦੇ ਪਿਆਰੇ ਹੋਣੇ ਹੁੰਦੇ ਸੀ। ਅੱਛਾ, ਉਹ ਚ ਪਿੰਡ ਦਾ ਕੀ ਹਾਲਾਤ ਸੀਗਾ? ਉਜੜਿਆ ਸੀ ਜਾਂ ਕਿਦਾਂ? ਉਜੜਿਆ ਛੱਡ ਕੇ ਕੋਠੇ ਵੀ ਕੋਠੇ ਕੋਈ ਛੱਤਾਂ ਚ ਪੁਰਾਣੀਆਂ ਚ ਕੋਠਿਆਂ ਜਿਹੜੇ ਚੰਗੇ ਸੀ ਉਹ ਤਾਂ ਰਹਿ ਨਹੀਂ ਦਿੰਦੇ ਸੀ। ਸਭ ਤੋਂ ਵੱਡਾ ਮਕਾਨ ਹੈ ਕਿਹੜਾ ਸੀ ਤੁਹਾਨੂੰ ਦੱਸਿਆ ਜਿਹੜਾ ਜਦੋਂ ਆਏ ਤੁਸੀਂ ਇੱਥੇ? ਇੱਕ ਮਕਾਨ ਇੱਥੇ ਸੀਗਾ ਉਹ ਜਿਹੜਾ ਤੈਨੂੰ ਦੱਸਿਆ ਬੰਕੇ ਉੱਥੇ, ਉਹ ਚਵਾਰਾ ਚੂਰਾ ਹੁੰਦਾ ਸੀ। ਅੱਛਾ, ਤੇ ਉੱਥੇ ਉਹ ਸਾਡੇ ਅਸੀਂ ਉਦੋਂ ਆ ਕੇ ਪਸ਼ੂ ਉੱਥੇ ਬੰਨਣ ਲੱਗ ਪਏ। ਅੱਛਾ, ਉਧਰ ਘਰ ਜਿਹੜੇ ਸੀ ਦੂਏ ਉਹ ਉੱਥੇ ਪਰਲੀਆਂ ਰੱਖੇ ਸੀ, ਇੱਡੇ ਪਿਆਰੇ ਹੁਣ ਜਿੱਦਾਂ ਹੁੰਦੇ। ਜਿੱਦਾਂ ਮਤਲਬ ਇੱਥੇ ਅਲੱਗ-ਅਲੱਗ ਪਿੰਡਾਂ ਤੋਂ ਲੋਕ ਆਏ ਸੀ, ਕੋਈ ਢੋਲਵਾਲੀ ਆਏ ਸੀ, ਕਢਾਰੀ ਆਏ, ਦੂਜੇ ਆਏ ਸੀ, ਤਾਂ ਆਪਸ ਵਿੱਚ ਮਿਲਵਰਤਨ ਕਿਵੇਂ ਦਾ? ਬਿਲਕੁਲ ਵਰਤਨ ਬਹੁਤ ਸੋਹਣਾ ਹੋ ਗਿਆ ਫਿਰ ਤਾਂ। ਵਰਤਨ ਇੱਕ ਦੂਜੇ ਨੂੰ ਅਜੀਬ ਲੱਗਦਾ? ਕੋਈ ਕਿਸੇ ਨਾਲ ਕੋਈ ਨਹੀਂ, ਕਿਉਂ ਮਸਲਾ ਇਹ ਸੀ ਨਾ, ਵਰਤਣਾ ਤਾਂ ਹੋਵੇਗਾ ਜੇ ਕਿਸੇ ਦਾ ਕੋਈ ਕਿਸੇ ਦਾ ਦੁੱਖ ਹੋ। ਅੱਛਾ, ਇਸ ਦਾ ਪਿਆਰ ਮਸੀਹ ਤਾਂ ਕਹਿਣਾ ਵੀ ਸਵਾਬ ਦਾ ਇਕੱਠੇ ਹੋਏ ਮੁੜ ਕੇ ਫਿਰ ਜੀਦੇ ਆ ਗਏ ਬਹੁਤ। ਤੁਸੀਂ ਗੁਰਦੁਆਰਾ ਕਿਵੇਂ ਸ਼ੁਰੂ ਕੀਤਾ ਇੱਥੇ? ਗੁਰਦੁਆਰਾ ਇੱਥੇ ਮਸੀਤ ਹੁੰਦੀ ਸੀ। ਅੱਛਾ, ਮਸੀਤ ਦਾ ਗੁਰਦੁਆਰਾ ਬਣਾਉਂਦੇ। ਤੇ ਗੁਰੂ ਗ੍ਰੰਥ ਸਾਹਿਬ ਕਿੱਥੋਂ ਲਿਆਂਦਾ ਸੀ ਉਹਦਾ ਫਿਰ? ਉਹ ਤਾਂ ਸਿਆਣਿਆਂ ਬੰਦਿਆਂ ਲਿਆਂਦੇ, ਸਾਨੂੰ ਨਹੀਂ ਪਤਾ। ਮਤਲਬ
ਜੋ ਬੱਚੇ ਕਿਸੇ ਗੁਰਦੁਆਰਿਓਂ ਲਿਆਂਦਾ ਸੀ। ਅੱਛਾ ਹਾਂਜੀ ਤੇ ਮਤਲਬ ਗੁਰਦੁਆਰਾ ਇੱਥੇ ਸ਼ੁਰੂ ਹੋਇਆ। ਹਾਂਜੀ। ਕਿੰਨੇ ਕੁ ਦਿਨ ਬਾਅਦ ਮਤਲਬ ਜਦੋਂ ਤੁਸੀਂ ਇੱਥੇ ਪਹੁੰਚੇ ਕਿੰਨੇ ਕੁ ਚਿਰ ਬਾਅਦ ਗੁਰਦੁਆਰਾ ਸ਼ੁਰੂ ਕਰਤਾ ਸੀ ਇੱਥੇ? ਇੱਥੇ ਜੀ 6 ਮਹੀਨੇ ਲੱਗ ਗਏ, 6 ਸਾਲ ਤੋਂ ਫਿਰ ਮੁੜ ਕੇ ਮਨਾਉਣ ਲੱਗ ਪਏ ਤੇ ਸੰਗਰਾਂਦ ਮਨਾਉਣ ਲੱਗ ਪਏ। ਬਸ ਇੱਦਾਂ ਫਿਰ ਪਾਸਤਾ ਤਾਂ ਸਾਰੇ ਕੰਮ। ਤੇ ਕੋਈ ਯਾਦ ਹੈ ਕਿ ਪਾਠ ਕੌਣ ਕਰਦਾ ਹੁੰਦਾ ਸੀ ਪਹਿਲੇ ਸ਼ੁਰੂ ਤੇ? ਪਾਠ ਤਾਂ ਸਾਡੇ ਇੱਕ ਗੀਤ ਸ਼ਬਦ ਪੜ੍ਹਦੇ ਹੁੰਦੇ ਸੀ। ਅੱਛਾ। ਇੱਕ ਸਵਰ ਸੁੰਦਾ ਚਾਚਾ, ਹਾਂ ਹਾਂ ਇੱਕ ਦਰਸ਼ੀ, ਹਾਂ ਹਾਂ ਤੇ ਇੱਕ ਉਜਾਗਰ ਸਿੰਘ ਬਾਅਦ 'ਚ ਆਇਆ ਸੀਗਾ, ਜਾਗਰ ਸੁਣਦਾ ਸੀ। ਅੱਛਾ। ਬਸ ਇੱਥੇ ਨਹੀਂ ਜਾ ਕੇ ਕਹਾ ਕੀਰਤਨ ਕਰਨਾ ਅੱਛਾ। ਬਹੁਤ। ਅੱਛਾ। ਹਾਂਜੀ। ਹਾਂ ਹਾਂ ਤੇ ਬਹੁਤ ਕੰਮ ਬਹੁਤ ਚੱਲਦਾ ਰਿਹਾ। ਤੇ ਮਤਲਬ ਕਦੀ ਅੱਜ ਦੇ ਇਕੱਲੇ ਤੁਸੀਂ ਬੈਠੇ ਹੋਏ ਨੇ, ਕਦੀ ਪਾਕਿਸਤਾਨ ਦੀ ਉਹ ਘਰ ਦੀ ਯਾਦ ਆਈ ਤੁਹਾਨੂੰ? ਯਾਦ ਤਾਂ ਆਉਂਦੀ ਹੈ ਜੀ, ਪਰ ਯਾਦ ਅੱਜ ਆ ਕੇ ਕਰੂ ਕੀ ਯਾਦ। ਹਾਂਜੀ। ਹਾਂਜੀ। ਯਾਦ ਤਾਂ ਸਭ ਕੁਛ ਆਉਂਦਾ। ਅੱਛਾ। ਖੇਤ ਆਉਂਦੇ ਕਿ ਮਰਬੇ 'ਚ ਦੱਸ ਗਏ, ਪਾਣੀ ਲਾਉਂਦੇ ਹੁੰਦੇ ਸੀ, ਸਭ ਕਰਦੇ ਸੀ। ਜੇ ਤੁਹਾਨੂੰ ਇਦਾਂ ਦਾ ਮੌਕਾ ਮਿਲੇ ਚਲੋ ਤੁਸੀਂ ਨਨਕਾਣਾ ਸਾਹਿਬ ਜਾਣਾ, ਜਾਂ ਇਦਾਂ ਦਾ ਕਿ ਸਰਕਾਰ ਕੋਈ ਵੀਜ਼ਾ ਦੇਵੇ ਤੁਸੀਂ ਆਪਣਾ ਘਰ ਦੇਖ ਆਓ, ਜਾਣਾ ਪਸੰਦ ਕਰੋਗੇ ਤੁਸੀਂ ਇੱਥੇ? ਬਹੁਤ ਪਸੰਦ ਮੈਂ ਤਾਂ ਕਰਦਾ। ਤੇ ਮਤਲਬ ਹੁਣ ਵੀ ਕਈ ਵਾਰੀ ਕਈ ਮੁਲਕਾਂ 'ਚ ਹੁੰਦਾ ਵੀ ਇੱਥੇ ਜੀ ਵੰਡ ਹੋਣੀ ਆ, ਦੇਸ਼ ਵੰਡੇ ਜਾਣੇ, ਇਹ ਚੀਜ਼ ਹੋਣੀ ਆ, ਕਦੀ ਤੁਹਾਨੂੰ ਲੱਗਦਾ ਕਿ ਇਹ ਚੀਜ਼ਾਂ ਦੁਬਾਰਾ ਹੋਣੀਆਂ ਚਾਹੀਦੀਆਂ ਕਿ ਨਹੀਂ ਹੋਣੀਆਂ ਚਾਹੀਦੀਆਂ? ਦੁਬਾਰਾ ਹੋਊਗੀ ਤਾਂ ਹੋਰ ਬਰਬਾਦੀ ਹੋਊਗੀ, ਹੋਰ ਤੇ ਇਹ ਤੇ ਜਿਸ ਤਰ੍ਹਾਂ ਵੰਡ ਪੈਂਦੀ ਕਿਸੇ ਮੁਲਕ ਦੀ, ਜਾਂ ਅਸੀਂ ਹਿੰਦੂ ਸਿੱਖ ਹੁੰਦੇ ਆ, ਅਸੀਂ ਖਾਲਿਸਤਾਨ ਬਣਾਉਂਦੇ ਆ, ਅਸੀਂ ਉੱਥੋਂ ਹਿੰਦੂਆਂ ਨੂੰ ਕੱਢ, ਹਿੰਦੂ ਸਾਨੂੰ ਕੱਢਦੇ ਆ, ਤਾਂ ਫਿਰ ਉਹ ਵੱਡਾ ਅੱਗਾ ਹੀ ਹੋਣਾ, ਨੁਕਸਾਨ ਮਤਲਬ ਨੁਕਸਾਨ ਹੀ ਹੋਣਾ, ਫਾਇਦਾ ਕੋਈ ਨਹੀਂ ਹੋਣਾ। ਤੁਸੀਂ ਕਦੀ ਉੱਧਰ ਜਦੋਂ ਰਹਿੰਦੇ ਸੀ ਕਦੀ ਸੁਣਿਆ ਸੀ ਕੋਈ ਭਗਤ ਸਿੰਘ ਹੋਣੀ ਜਾਂ ਕੁਛ ਇੱਦਾਂ ਦੇ ਬਜ਼ੁਰਗ ਆਪਸ ਵਿੱਚ ਗੱਲਾਂ ਕਰਦੇ ਹੋਏ ਜਦੋਂ ਪਾਕਿਸਤਾਨ 'ਚ ਰਹਿੰਦੇ ਸੀ? ਪਾਕਿਸਤਾਨ ਰਹਿੰਦੇ ਸੀ, ਸਾਡੇ ਬਬਰ ਸੀ। ਅੱਛਾ। ਧਾਮੀਆਂ ਦੇ ਨਾ। ਹਾਂ ਧਾਮੀਆਂ ਦਾ ਹੋਇਆ। ਹਾਂਜੀ। ਬਬਰ ਭੋਲਾ ਸੂ ਹੋਣੀ ਨਾ। ਹਾਂਜੀ। ਲੱਖਾ ਬਾਂਤਾ ਸੂ, ਲੱਖਾ ਸੂ ਤਿੰਨ ਭਰਾ ਸੀ। ਹਾਂਜੀ। ਉਹ ਉਦੋਂ ਫਿਰ ਲੱਖਾ ਸੂ ਇੱਧਰੋਂ ਉੱਧਰ ਚਲ ਗਿਆ ਸੀ। ਅੱਛਾ। ਜਦ ਲੱਖਾ ਸੂ ਸੀ ਨਾ, ਉਹ ਇਹ ਸਾਡੇ ਪਿੰਡ ਵਾਲੇ ਲੱਖਾ ਸੂ ਕੋ ਟੋਬੇ ਟੱਕਰ ਗਿਆ। ਅੱਛਾ। ਇਹ ਪਿੰਡ ਲੈ ਗਏ। ਤੁਹਾਡੇ ਪਿੰਡ? ਹਾਂਜੀ। ਅੱਛਾ ਤੁਸੀਂ ਦੇਖਿਆ ਸੀ ਇਹਨੂੰ ਫਿਰ? ਲੱਖਾ ਸੂ ਦੇਖਿਆ ਜੀ। ਅੱਛਾ। ਫਿਰ ਉਹਦੇ ਇਦਾਂ ਸੀ, ਉਹ ਕਹਿੰਦਾ ਸੀ ਮੈਂ ਰੋਟੀ ਨਹੀਂ ਖਾਂਦਾ। ਸੀਗਾ ਤੇ ਬਬਰਾਂ 'ਚ ਬਬਰਾਂ ਦੀ ਲਹਿਰ ਸੀ। ਅੱਛਾ। ਪਰ ਉਹ ਰੋਟੀ ਛੱਡੀ ਹੋਈ, ਚਿੱਟਾ ਕੱਪੜੇ ਪਾਉਣੇ। ਹਾਂਜੀ। ਥੋੜਾ ਜਿਹਾ ਜਿੱਦਾਂ ਸਾਦਾ ਮਸਾਦ ਇੱਕ ਕਿਸਮ ਦਾ। ਅੱਛਾ। ਹਾਂਜੀ। ਤਾਂ ਹੁਣ ਰੋਟੀ ਖਾਈ ਉਹਨੂੰ, ਇੱਕ ਸਾਰੇ ਪਿੰਡ ਦੇ ਤਕਰੀਬਨ ਦਾ ਘਰ ਆਪਣੇ ਲੈ ਕੇ ਜਾਣਾ, ਕਹਿਣਾ ਬਿਲਕੁਲ ਬਾਬਾ ਦੇ ਆਇਆ ਪਧਾਮੀ ਵਾਲਾ, ਹੁਣ ਰੋਟੀ ਖਾ। ਹੈ ਉਹਨੂੰ ਬਾਬਾ ਮੰਨ ਕੇ ਲੋਕ ਖੜਾਉਂਦੇ ਸੀ ਰੋਟੀਆਂ। ਸਾਡੇ ਜਿਹੜੇ ਲੀਡਰ ਜਾਂਦੇ ਸੀ ਨਾ ਇੱਧਰੋਂ, ਜਿਹੜਾ ਸਪੀਚਾਂ ਕਰਦੇ ਉਹ ਕਹਿੰਦੇ ਸੀ ਵੀ ਦਾਣਾ ਨਾ ਗਵਾਇਓ। ਅੱਛਾ। ਮੇਰਾ ਖਿਆਲ ਜਿਹੜਾ ਅਸੀਂ ਘਰੋਂ ਨਿਕਲੇ ਆ 200 ਬੋਰੀ ਦਾ ਘਰ ਪਈ ਹੋਣੀ ਸਾਡੇ ਕਣਕ ਦੀ, ਇੱਕ ਬੈਠ ਕੇ ਰੱਖੀ ਹੋਈ। ਅੱਛਾ। ਹਾਂਜੀ। ਕਿਹੜਾ ਸਮਾਨ ਚੁੱਕ ਵਾਲੀ ਘਰ ਛੋੜ, ਸਾਰੇ ਘਰ ਹੁਣ ਇੱਥੇ ਆਪਣੇ ਘਰ ਇੱਥੇ ਹੀ ਲਾਇਆ। ਹਾਂਜੀ ਹਾਂਜੀ। ਇੱਥੇ ਹੀ ਗੱਡੀਆਂ ਤੇ ਕੀ ਕੁਛ ਲੱਦ ਲਵਾਂ। ਹਾਂ ਇੱਕ ਗੱਡਾ ਵਾਲਾ, ਇੱਕ ਦੂਜੇ ਦਾ ਕੀ ਲੱਦ ਲੈਣਾ। ਅੱਛਾ। ਤੁਹਾਨੂੰ ਕੋਈ ਉੱਧਰ ਲਈ ਕੋਈ ਯਾਦ ਆਉਂਦੀ ਹੋਵੇ, ਜਾਂ ਜਿੱਦਾਂ ਟੋਬਾ ਟੇਕ ਸਿੰਘ ਦਾ, ਜਾਂ ਕੋਈ ਇਹੋ ਜਿਹੀ ਜਗ੍ਹਾ ਹੋਵੇ ਜਿਹੜੀ ਤੁਹਾਨੂੰ ਅਜੇ ਵੀ ਲੱਗਦੀ ਹੋਵੇ ਉਹਦੇ ਨਾਲ ਦੀ ਇੱਧਰ ਕੋਈ ਨਹੀਂ ਹੈਗੀ? ਉਹ ਥੋੜੀ ਚੀਜ਼ ਉਹ ਹੀ ਲੱਗੀ ਸਰ, ਥੋੜੀ ਜ਼ਿਆਦਾ। ਜਿਹੜਾ ਟਿਕ ਟੋਬੇ ਦੀ ਖੂਹੀ ਸੀ ਨਾ, ਉਹਦਾ ਪਾਣੀ ਬੜਾ ਠੰਡਾ ਹੁੰਦਾ। ਅੱਛਾ। ਐਵੇਂ ਛੱਤੀ ਹੁੰਦੀ ਸੀ ਉੱਤੋਂ, ਜਿਹੜਾ ਜਾਣਾ ਉਹ ਤੇ ਸਾਰਿਆਂ ਨੇ ਪਿੰਡ ਦੇ ਮੁੰਡਿਆਂ ਦੇ ਇਕੱਠੇ ਹੋ ਕੇ ਜਾਣਾ, ਕਹਿਣਾ ਬਈ ਚੱਲ ਬਾਜੀ ਪਾਣੀ ਖੂਹੀ ਤੋਂ ਪੀ ਲੈਂਦੇ। ਚਲੋ ਜੀ, ਬਹੁਤ ਵਧੀਆ, ਸਾਨੂੰ ਬਹੁਤ ਕੁਝ ਦੱਸਿਆ। ਇਹ ਆਉਣ ਵਾਲੀ ਪੀੜ੍ਹੀ, ਇਹ ਤੁਹਾਡੀ ਜਿਹੜੀ ਇੰਟਰਵਿਊ ਹੈ ਪੂਰੀ ਦੁਨੀਆ ਦੇ ਵਿੱਚ ਦੇਖੀ ਜਾਣੀ ਹੈ, ਔਰ ਇਹ ਇੱਕ ਯਾਦ ਬਣ ਗਈ ਸਾਰੀ ਉਮਰ ਦੀ ਤੁਹਾਡੀ। ਤੁਹਾਡੇ ਤੋਂ ਬਾਅਦ ਵੀ ਇਹ ਯਾਦ ਜਿਹੜੀ ਹੈ ਹਮੇਸ਼ਾ ਹੀ ਸਾਡੀ ਜਿਹੜੀ ਹੈ ਇਹ ਜੁੜੀ ਰਹਿਣੀ ਹੈ। ਤੇ ਤੁਸੀਂ ਸਾਨੂੰ ਬਹੁਤ ਕੁਝ ਇਸ ਚੀਜ਼ ਬਾਰੇ ਦੱਸਿਆ। ਤੇ ਕੋਈ ਸੁਨੇਹਾ ਦੇਣਾ ਚਾਹੁੰਦੇ ਹੋ ਆਪਣੇ ਪਾਕਿਸਤਾਨ ਦੇ ਮਿੱਤਰ ਜਿਹੜਾ ਕੋਈ ਹੋਵੇ, ਜਾਂ ਕੋਈ? ਉਦੋਂ ਅਸੀਂ ਹਾਲੇ ਇਸ ਕੰਮ 'ਚ ਪਏ ਨਹੀਂ ਸੀ। ਮਿੱਤਰ ਪੁਣੇ ਜੀ 15-16 ਸਾਲਾਂ ਦੇ ਕੋਈ ਵੀ ਸੀ, ਜਿਹੜੇ ਮੁੰਡੇ ਸੀ ਘੁਲਦੇ ਘਾਲਦੇ ਸਾਡੇ ਨਾਲ। ਹਾਂਜੀ। ਮੁਸਲਮਾਨ ਦੇ ਮੁੰਡੇ ਘੁਲਦੇ ਹੁੰਦੇ ਸੀ ਨਾਲ ਦੇ ਪਿੰਡ ਦੇ 96 ਵਾਲੇ। ਪਰ ਉਹ ਮੁੰਡਿਆਂ ਨੂੰ ਹੁਣ ਮੇਰਾ ਖਿਆਲ ਯਾਦ ਨਹੀਂ। ਹੁਣ ਸ਼ਰੀਫ ਸੀ ਇੱਕ ਦਾ ਨਾਂ, ਇੱਕ ਦਾ ਨਾਂ ਹੁੰਦਾ ਸੀ ਹਦਾਇਤ ਹੁੰਦਾ ਸੀ ਉਹਨਾਂ ਦਾ ਪੇ। ਉਹਨੂੰ ਠੁੱਡਾ, ਉਹਦੀਆਂ ਲੱਤਾਂ ਠੁੱਡੀਆਂ ਸੀ। ਉਹਨੂੰ ਬੜਾ ਸ਼ੌਕ ਹੁੰਦਾ ਗੱਡੀਆਂ ਗੁੱਡੀਆਂ ਦਾ ਦੜਾਉਣ ਦਾ, ਬੜੇ ਚੰਗੇ ਚੰਗੇ ਬਹੁਤ ਰੱਖਦਾ। ਉਹ ਮੁੰਡਿਆਂ ਦਾ ਸਾਡੀ ਜਿਹੜਾ ਸਾਹ ਸੀ ਉਹ ਘੁਲਦੇ ਘਾਲਦੇ ਸਾਡੇ ਨਾਲ। ਹੋਰ ਬਾਕੀ ਤਕਰੀਬਨ ਉਹਨਾਂ ਦਾ ਪਤਾ, 2 ਮੁੰਡਿਆਂ ਦਾ 2 ਹੀ ਭਰਾ ਸੀ ਸਕੇ, ਤੇ ਬਾਕੀ ਹੋਰ ਕਿਸੇ ਨਾਲ ਕੋਈ ਖਾਸ ਉਦੋਂ ਫਿਰ ਇਸ ਲੈਣ 'ਚ ਹੀ ਨਾ ਪਿਆ ਸੀ। ਚੰਗਾ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਵਾਹਿਗੁਰੂ ਖਾਲਸਾ ਵਾਹਿਗੁਰੂ।